ਹੈਲੋ ਸਟੂਡੈਂਟਸ, ਬੇਟਾ ਅੱਜ ਆਪਣਾ ਅਕਾਊਂਟਿੰਗ ਬੇਸਿਕ ਕੋਰਸ +1 ਕਲਾਸ ਲਈ ਕੰਪੀਟੀਟਿਵ ਐਗਜ਼ਾਮ ਦੇ ਲਈ ਆਪਣਾ 10th ਲੈਕਚਰ ਸਟਾਰਟ ਹੈ। ਇਸ ਤੋਂ ਪਹਿਲਾਂ 9 ਲੈਕਚਰ ਹੋ ਚੁੱਕੇ ਬੇਟਾ। ਹੋਪਸ ਉਹ ਸਾਰਿਆਂ ਦੇ ਵਧੀਆ ਤਰੀਕੇ ਨਾਲ ਸੁਣ ਲਏ ਹੋਣਗੇ। ਬੇਟਾ ਅਗਰ ਨਹੀਂ ਸੁਣੇ ਤਾਂ ਉਸਨੂੰ ਵਧੀਆ ਤਰੀਕੇ ਨਾਲ ਸੁਣੋ, ਤਾਂ ਹੀ ਤੁਹਾਨੂੰ ਇਹ ਟੌਪਿਕ ਇਹ ਚੈਪਟਰ ਕਲੀਅਰ ਹੋ ਸਕਦਾ ਹੈ। ਸੋ ਬੇਟਾ ਸਟਾਰਟ ਕਰਦੇ ਹਾਂ। ਪਲੱਸ ਬੇਟਾ ਇੱਕ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਗਿਵਨ ਹੋਏਗਾ। ਜੋ ਵੀ ਅੱਜ ਆਪਾਂ ਇਹ ਟੌਪਿਕ ਕਰਾਂਗੇ ਉਸ ਦੇ ਰਿਲੇਟਿਡ MCQ ਤੁਹਾਡੇ ਉੱਥੇ ਗਿਵਨ ਹੋਣਗੇ। ਉੱਥੇ ਜਾ ਕੇ ਤੁਸੀਂ ਆਪਣਾ ਪ੍ਰੈਕਟਿਸ ਕਰ ਸਕਦੇ ਹੋ। ਚਲੋ ਬੇਟਾ ਸਟਾਰਟ ਕਰਦੇ ਹਾਂ। ਅੱਜ ਦਾ ਟੌਪਿਕ ਹੈ ਸਬਸਿਡਰੀ ਬੁੱਕਸ। ਬੇਟਾ ਇਸ ਤੋਂ ਪਹਿਲਾਂ ਆਪਾਂ ਦੇਖੋ ਇੱਕ ਚੈਪਟਰ ਕਰਕੇ ਆਏ ਸੀ ਜਰਨਲ ਲੈਜਰ, ਜੋ ਮੇਨ ਆਪਣੇ ਅਕਾਊਂਟਿੰਗ ਪ੍ਰੋਸੈਸ ਦੇ ਮੇਨ ਚੈਪਟਰ ਸੀ। ਬੇਟਾ ਮੈਂ ਇਹ ਚੈਪਟਰ ਆਪਣਾ ਜਰਨਲ ਨਾਲ ਰਿਲੇਟਿਡ ਹੈ। ਬੇਟਾ ਦੇਖੋ ਜਰਨਲ ਕੀ ਸੀਗਾ। ਜਰਨਲ ਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਸੀਗੇ। ਤੁਹਾਨੂੰ ਜਦੋਂ ਆਪਾਂ ਥਿਊਰੀ ਕਰ ਰਹੇ ਸੀ ਬੇਟਾ ਜਰਨਲ ਦੀ, ਉਦੋਂ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਸਾਰੀ ਟ੍ਰਾਂਜੈਕਸ਼ਨ ਰਿਕਾਰਡ ਹੋਣ ਕਰਕੇ ਜਰਨਲ ਬਹੁਤ ਜ਼ਿਆਦਾ ਲੈਂਥੀ ਹੋਣ ਲੱਗ ਗਿਆ। ਇਸ ਨੂੰ ਵਿੱਚ ਰਿਕਾਰਡ ਕਰਨ ਲਈ ਬਹੁਤ ਟਾਈਮ ਲੱਗਣ ਲੱਗ ਗਿਆ। ਇਸ ਕਰਕੇ ਬੇਟਾ ਜਰਨਲ ਨੂੰ ਸਬ ਡਿਵਾਈਡ ਕਰ ਦਿੱਤਾ ਗਿਆ। ਜੋ ਬੇਟਾ ਸਬ ਡਿਵਾਈਡ ਕੀਤਾ ਗਿਆ ਉਸ ਨੂੰ ਅਸੀਂ ਕੀ ਬੋਲਦੇ ਹਾਂ? ਸਬਸਿਡਰੀ ਬੁੱਕਸ ਜਾਂ ਸਪੈਸ਼ਲ ਪਰਪਸ ਬੁੱਕ। ਆਪਾਂ ਪੜ੍ਹਦੇ ਹਾਂ। ਦੇਖੋ ਬੇਟਾ ਦੇਖੋ, ਬਿਨਰ ਟ੍ਰਾਂਜੈਕਸ਼ਨ ਇਟ ਬਿਕਮ ਡਿਫੀਕਲਟ ਟੂ ਰਿਕਾਰਡ ਆਲ ਦਾ ਟ੍ਰਾਂਜੈਕਸ਼ਨ। ਠੀਕ ਹੈ ਜੀ। ਕਹਿੰਦੇ ਫੋਰ ਐਗਜ਼ਾਮਪਲ ਬਿਜ਼ਨਸ ਮੈਨੀ ਟ੍ਰਾਂਜੈਕਸ਼ਨ ਮੇ ਰਿਲੇਟ ਟੂ ਰਿਸੀਪਟ ਐਂਡ ਪੇਮੈਂਟ ਆਫ ਕੈਸ਼, ਸੇਲ ਆਫ ਗੁਡਸ ਐਂਡ ਦੇਅਰ ਪਰਚੇਜ਼, ਤਾਂ ਇਟ ਇਜ਼ ਕਨਵੀਨੀਅੰਟ ਟੂ ਮੇਨਟੇਨ ਅ ਸੈਪਰੇਟ ਬੁੱਕ ਆਫ ਈਚ ਕਲਾਸ ਆਫ ਟ੍ਰਾਂਜੈਕਸ਼ਨ। ਕਹਿੰਦੇ ਇਸ ਲਈ ਆਪਣੀਆਂ ਬਹੁਤ ਸਾਰੀਆਂ ਟ੍ਰਾਂਜੈਕਸ਼ਨ ਹੁੰਦੀਆਂ ਸੀ, ਰਿਸੀਪਟ ਦੀਆਂ, ਪੇਮੈਂਟ ਦੀਆਂ, ਸੇਲ ਆਫ ਗੁਡਸ, ਪਰਚੇਜ਼। ਕਹਿੰਦੇ ਇਸ ਕਰਕੇ ਇਹ ਕਨਵੀਨੀਅੰਟ ਹੈ, ਈਜ਼ੀ ਹੈ ਕਿ ਅਸੀਂ ਹਰ ਕਲਾਸ ਦੀ ਟ੍ਰਾਂਜੈਕਸ਼ਨ ਦੀ ਸੈਪਰੇਟ ਬੁੱਕ ਖੋਲ ਦਈਏ ਬੇਟਾ। ਦੇਖੋ ਬੇਟਾ ਜਿਵੇਂ ਕਿਵੇਂ ਲਿਖਿਆ, ਕਹਿੰਦੇ ਵਾਂਟ ਟੂ ਰਿਕਾਰਡ ਕੈਸ਼ ਟ੍ਰਾਂਜੈਕਸ਼ਨ ਤਾਂ ਕੈਸ਼ ਬੁੱਕ ਖੋਲ ਦਈਏ, ਪਰਚੇਜ਼ ਆਫ ਗੁਡਸ ਦੀ ਅਲੱਗ ਬੁੱਕ ਖੋਲ ਦਈਏ, ਸੇਲ ਆਫ ਗੁਡਸ ਦੀ ਅਲੱਗ ਬੁੱਕ ਖੋਲ ਦਈਏ। ਤਾਂ ਬੇਟਾ ਇਹਨਾਂ ਬੁੱਕਸ ਨੂੰ ਵੀ ਬੁੱਕ ਆਫ ਓਰੀਜਨਲ ਐਂਟਰੀ ਐਂਡ ਪ੍ਰਾਇਮਰੀ ਐਂਟਰੀ ਬੋਲਿਆ ਜਾਂਦਾ। ਬੇਟਾ ਜਿਵੇਂ ਜਰਨਲ ਨੂੰ ਕਿਹਾ ਜਾਂਦਾ ਬੁੱਕ ਆਫ ਪ੍ਰਾਇਮਰੀ ਐਂਟਰੀ ਐਂਡ ਆਪਣਾ ਓਰੀਜਨਲ ਐਂਟਰੀ, ਇਹ ਵੀ ਇੱਕ ਬੇਟਾ ਜਰਨਲ ਦਾ ਪਾਰਟ ਹੈ। ਜਰਨਲ ਨੂੰ ਸਬ ਡਿਵਾਈਡ ਕੀਤਾ ਗਿਆ ਹੈ, ਤਾਂ ਇਸ ਨੂੰ ਵੀ ਅਸੀਂ ਬੁੱਕ ਆਫ ਪ੍ਰਾਇਮਰੀ ਐਂਟਰੀ ਅਤੇ ਜਰਨਲ ਐਂਟਰੀ ਕਹਾਂਗੇ। ਬੇਟਾ ਇੱਕ ਗੱਲ ਹੋਰ ਹੈ, ਜਿਵੇਂ ਬੇਟਾ ਜਰਨਲ ਤੁਹਾਡਾ ਲੈਜਰ ਵਿੱਚ ਪੋਸਟ ਹੁੰਦਾ ਹੈ, ਉਸੇ ਤਰ੍ਹਾਂ ਬੇਟਾ ਜੋ ਇਹ ਸਬਸਿਡਰੀ ਬੁੱਕਸ ਦਾ ਬੈਲੈਂਸ ਹੈ ਇਹ ਵੀ ਲੈਜਰ ਵਿੱਚ ਪੋਸਟ ਹੁੰਦਾ ਹੈ, ਕਿਉਂਕਿ ਸਬਸਿਡਰੀ ਬੁੱਕਸ ਇੱਕ ਜਰਨਲ ਦਾ ਹੀ ਪਾਰਟ ਹੈ, ਉਸ ਨੂੰ ਸਬ ਡਿਵਾਈਡ ਕੀਤਾ ਗਿਆ। ਬੜਾ ਅੱਗੇ ਲਿਖਿਆ ਹੋਇਆ ਦੇ ਆਰ ਪੋਸਟਡ ਟੂ ਲੈਜਰ ਅਕਾਊਂਟ, ਦਿਸ ਸਿਸਟਮ ਇਜ਼ ਕਾਲਡ ਪ੍ਰੈਕਟੀਕਲ ਸਿਸਟਮ ਆਫ ਦਾ ਅਕਾਊਂਟਿੰਗ। ਐਂਡ ਸਭ ਤੋਂ ਇੰਪੋਰਟੈਂਟ ਲਾਈਨ ਬੇਟਾ, ਦੀਜ਼ ਬੁੱਕਸ ਆਰ ਓਰੀਜਨਲ ਐਂਡ ਪ੍ਰਾਇਮਰੀ ਐਂਟਰੀ ਆਰ ਆਲਸੋ ਕਾਲਡ ਸਪੈਸ਼ਲ ਜਰਨਲ ਐਂਡ ਦਾ ਸਬਸਿਡਰੀ ਬੁੱਕਸ। ਠੀਕ ਹੈ ਜੀ। ਇਸ ਨੂੰ ਸਪੈਸ਼ਲ ਜਰਨਲ ਵੀ ਕਿਹਾ ਜਾਂਦਾ, ਇਸ ਨੂੰ ਸਬਸਿਡਰੀ ਬੁੱਕਸ ਵੀ ਕਿਹਾ ਜਾਂਦਾ ਹੈ। ਬਟ ਇਹ ਇੱਕ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਸ ਤੋਂ ਲੈਜਰ ਅਕਾਊਂਟ ਬਣਦਾ ਹੈ, ਲੈਜਰ ਤੋਂ ਟ੍ਰਾਇਲ ਬੈਲੈਂਸ ਬਣਦਾ ਹੈ। ਤਾਂ ਅਗਰ ਆਪਣਾ ਸਬਸਿਡਰੀ ਬੁੱਕਸ ਨਹੀਂ ਹੋਣਗੀਆਂ ਤਾਂ ਇਹ ਸਾਰੇ ਅਕਾਊਂਟ ਵੀ ਨਹੀਂ ਬਣ ਸਕਣਗੇ। ਬਟ ਆਪਾਂ ਦੇਖੋ ਕਿਹੜੀ ਕਿਹੜੀ ਸਬਸਿਡਰੀ ਬੁੱਕਸ ਪੜ੍ਹਾਂਗੇ ਤਾਂ ਕਿਸ ਦਾ ਕੀ ਪਰਪਸ ਹੈ। ਵੈਰੀ ਇੰਪੋਰਟੈਂਟ, ਐਗਜ਼ਾਮ 'ਚ MCQ ਆ ਸਕਦਾ। ਬੇਟਾ ਕੈਸ਼ ਬੁੱਕ ਦਾ ਕੀ ਪਰਪਸ ਹੈ? ਕੈਸ਼ ਐਂਡ ਬੈਂਕ ਟ੍ਰਾਂਜੈਕਸ਼ਨ ਰਿਕਾਰਡ ਕਰਨਾ। ਬੇਟਾ ਜਿੰਨੀਆਂ ਤੁਹਾਡੀਆਂ ਕੈਸ਼ ਟ੍ਰਾਂਜੈਕਸ਼ਨ ਹੈ, ਚਾਹੇ ਗੁਡਸ ਦੀਆਂ ਚਾਹੇ ਐਸਿਡ ਦੀਆਂ, ਜਿੰਨੀਆਂ ਵੀ ਤੁਹਾਡੀਆਂ, ਚਾਹੇ ਬੇਟਾ ਗੁਡਸ ਚਾਹੇ ਤੁਹਾਡਾ ਐਸਿਡ, ਜਿੰਨੀਆਂ ਵੀ ਤੁਹਾਡੀਆਂ ਕੈਸ਼ ਐਂਡ ਬੈਂਕ ਟ੍ਰਾਂਜੈਕਸ਼ਨ ਆ ਤੁਹਾਡੀ ਕੈਸ਼ ਬੁੱਕ 'ਚ ਰਿਕਾਰਡ ਹੋਣਗੀਆਂ। ਪਰਚੇਜ਼ ਬੁੱਕ ਬੇਟਾ ਜਿੰਨੀਆਂ ਵੀ ਕ੍ਰੈਡਿਟ, ਪਰਚੇਜ਼ ਆਫ ਗੁਡਸ ਨੋਟ ਐਸਿਡ। ਬੇਟਾ ਗੱਲ ਯਾਦ ਰੱਖਣਾ, ਕ੍ਰੈਡਿਟ ਪਰਚੇਜ਼ ਆਫ ਬੁੱਕਸ ਆਪਣਾ ਗੁਡਸ ਨੋਟ ਐਸਿਡ, ਕਿ ਜਿੰਨੀਆਂ ਵੀ ਤੁਸੀਂ ਉਧਾਰ 'ਤੇ ਗੁਡਸ ਖਰੀਦ ਰਹੇ ਹੋ ਬੇਟਾ ਉਹ ਪਰਚੇਜ਼ ਬੁੱਕ ਵਿੱਚ ਰਿਕਾਰਡ ਹੋਏਗਾ। ਸੇਲ ਬੁੱਕ, ਜਿੰਨੀਆਂ ਵੀ ਬੇਟਾ ਤੁਸੀਂ ਉਧਾਰ 'ਤੇ ਗੁਡਸ ਸੇਲ ਕਰ ਰਹੇ ਹੋ ਉਹ ਤੁਹਾਡਾ ਸੇਲ ਬੁੱਕ ਵੀ ਰਿਕਾਰਡ ਹੋਏਗਾ। ਬੇਟਾ ਪਰਚੇਜ਼ ਰਿਟਰਨ, ਜੋ ਤੁਸੀਂ ਬੇਟਾ ਗੁਡਸ ਖਰੀਦਿਆ ਉਸ ਨੂੰ ਵਾਪਸ ਕਰ ਰਹੇ ਹੋ ਉਹ ਪਰਚੇਜ਼ ਰਿਟਰਨ ਬੁੱਕ ਵਿੱਚ। ਸੇਲ ਰਿਟਰਨ ਬੇਟਾ ਜੋ ਤੁਸੀਂ ਸੇਲ ਕੀਤਾ ਤੁਹਾਨੂੰ ਵਾਪਸ ਆ ਰਿਹਾ ਹੈ, ਗੁਡਸ ਰਿਟਰਨ ਬਾਏ ਦਾ ਕਸਟਮਰ, ਉੱਥੇ ਅਸੀਂ ਸਪਲਾਇਰ ਨੂੰ ਵਾਪਸ ਕਰ ਰਹੇ ਸੀ, ਉਹਦੇ ਕਸਟਮਰ ਸਾਨੂੰ ਵਾਪਸ ਕਰ ਰਿਹਾ, ਤਾਂ ਬੇਟਾ ਉਹ ਸੇਲ ਬੁੱਕ ਵਿੱਚ ਆਏਗਾ। ਇਸ ਸਭ ਦਾ ਬੇਟਾ ਆਪਾਂ ਇੱਕ ਨਿਊਮੈਰੀਕਲ ਕਰਾਂਗੇ। ਦੇਖੋ ਉਸ ਤੋਂ ਬਾਅਦ ਆ ਗਿਆ ਬੇਟਾ ਬਿੱਲ ਰਿਸੀਵੇਬਲ ਬੁੱਕ। ਬੇਟਾ ਤੁਹਾਨੂੰ ਦੱਸਿਆ ਸੀ ਵਟ ਇਜ਼ ਅ ਬਿੱਲ ਰਿਸੀਵੇਬਲ ਐਂਡ ਪੇਬਲ। ਆਪਣਾ ਅਕਾਊਂਟਿੰਗ ਬੇਸਿਕ ਟਰਮ ਵਿੱਚ ਤੁਹਾਨੂੰ ਇੱਕ ਟਰਮ ਹੈ ਬੇਟਾ ਕਲੀਅਰ ਕੀਤਾ ਸੀਗਾ ਕਿ ਅਗਰ ਮੰਨ ਕੇ ਚੱਲੋ ਤੁਸੀਂ ਕਿਸੇ ਨੂੰ ਕ੍ਰੈਡਿਟ ਸੇਲ ਕੀਤਾ ਹੈ ਬੇਟਾ, ਅਗਰ ਤੁਸੀਂ ਕਿਸੇ ਨੂੰ ਕ੍ਰੈਡਿਟ ਸੇਲ ਕੀਤਾ ਹੈ, ਇੱਕ ਆਪਣੇ ਪੇਪਰ ਵਿੱਚ ਲਿਖਿਆ ਜਾਏਗਾ ਤੁਸੀਂ ਕਿੰਨੀ ਅਮਾਊਂਟ ਦੀ ਸੇਲ ਕੀਤੀ ਹੈ, ਤੁਹਾਨੂੰ ਕਿੰਨੀ ਦੇਰ ਬਾਅਦ ਉਹ ਪੇਮੈਂਟ ਕਰੇਗਾ, ਉਸ ਦੇ ਉੱਪਰ ਕਿੰਨਾ ਇੰਟਰਸਟ ਲੱਗੇਗਾ। ਬੇਟਾ ਜਿਸ ਪਰਸਨ ਨੇ ਪੈਸੇ ਲੈਣੇ ਆ ਉਹਦੇ ਲਈ ਬਿੱਲ ਰਿਸੀਵੇਬਲ ਹੈ, ਜਿਸ ਪਰਸਨ ਨੇ ਪੈਸੇ ਦੇਣੇ ਆ ਉਹਦੇ ਲਈ ਬਿੱਲ ਪੇਬਲ ਹੈ। ਅਤੇ ਜਿਹੜੇ ਬੰਦੇ ਨੇ ਬੇਟਾ ਪੈਸੇ ਲੈਣੇ ਉਹ ਬਿੱਲ ਡਰੋ ਕਰਦਾ, ਉਹ ਕੀ ਕਰਦਾ? ਬਿੱਲ ਡਰੋ। ਤਾਂ ਬੇਟਾ ਅਗਰ ਅਸੀਂ ਕਿਸੇ ਨੂੰ ਕ੍ਰੈਡਿਟ ਸੇਲ ਕੀਤੀ ਹੈ, ਅਸੀਂ ਜੋ ਵੀ ਬਿੱਲ ਡਰੋ ਕਰ ਰਹੇ ਹਾਂ ਉਹ ਬਿੱਲ ਰਿਸੀਵੇਬਲ ਬੁੱਕ 'ਚ ਆਏਗਾ। ਅਗਰ ਅਸੀਂ ਕਿਸੇ ਤੋਂ ਕ੍ਰੈਡਿਟ ਪਰਚੇਜ਼ ਕੀਤਾ ਹੈ, ਅਸੀਂ ਬਿੱਲ ਅਸੈਪਟ ਕਰ ਰਹੇ ਹਾਂ, ਅਗਰ ਅਸੀਂ ਕੋਈ ਵੀ ਬਿੱਲ ਅਸੈਪਟ ਕਰ ਰਹੇ ਹਾਂ ਤਾਂ ਉਹ ਦੈਨ ਬੇਟਾ ਬਿੱਲ ਪੇਬਲ ਬੁੱਕ 'ਚ ਆਏਗਾ। ਐਂਡ ਸਭ ਤੋਂ ਇੰਪੋਰਟੈਂਟ ਇਹ ਟਰਮਸ ਬੇਟਾ ਬੱਚਿਆਂ ਨੇ ਬਹੁਤ ਘੱਟ ਸੁਣੀ ਹੁੰਦੀ ਹੈ, ਜਰਨਲ ਪ੍ਰੋਪਰ।
ਜੋ ਟ੍ਰਾਂਜੈਕਸ਼ਨ ਬੇਟਾ ਉੱਪਰ ਕਿਸੇ ਵੀ ਬੁੱਕਸ ਵਿੱਚ ਨਹੀਂ ਆਈਆਂ ਉਹ ਤੁਹਾਡੀਆਂ ਰਿਕਾਰਡ ਹੁੰਦੀਆਂ ਜਨਰਲ ਪ੍ਰੋਪਰ। ਅਗਰ ਇੱਕ ਐਗਜ਼ਾਮਪਲ ਲਵਾਂ ਬੇਟਾ, ਜੇ ਤੁਸੀਂ ਕਹੋ देखो कैश एसेट तो उरे आ गए, बट क्रेडिट एसेट अगर परचेज सेल कर रहे हो कितने आने बट क्योंकि उरे तो बेटा गुड्स आ रही हैं, तो एक पार्ट है अगर तुम कोई भी क्रेडिट एसेट परचेज कर रहे हो तो वो बेटा उरे रिकॉर्ड होएगा। काफ़ी ट्रांजैक्शन ओपनिंग एंट्री, एडजस्टमेंट एंट्री, इससे अपना अगला लैक्चर तैयार होएगा। फिलहाल सिर्फ इन्ना याद रखो कि जनरल प्रॉपर विच वो ट्रांजैक्शन आनगियां जो थोड़ी उपर वाली बुक्स दे विच नहीं रिकॉर्ड होइयां। ठीक है जी, अगे आ जाओ बेटा। एडवांटेज ऑफ द सबसिडरी बुक्स की है बेटा, देखो डिवीजन ऑफ वर्क हो जाता है, टाइम सेव हो जाता है, एफिशिएंसी इंक्रीज होएगी, एरर होने के घट चांसिस है बेटा, क्योंकि अगर एक पर्सन उन्हें सिर्फ परचेज बुक दे भी रिकॉर्ड करना है, एक पर्सन सिर्फ सेल बुक भी रिकॉर्ड करना है, दैन बेटा एरर के चांसिस घट जाते हैं। ठीक है जी बेटा, इंटरनल चैक सिस्टम हो सकता है। अगर बेटा डिवीजन ऑफ वर्क होएगा, हर पर्सन स्पैशलाइज हो जाता है, इस नाल इंटरनल चैक ही पॉसिबल है, एक पर्सन दूसरे पर्सन बेटा काम चैक कर ले। ऑडिटिंग बेटा, ऑडिटिंग का फीचर मिल सकता है क्योंकि हर बंदा बेटा एक्सपर्ट हो गया, एक दूसरा काम चेक करेगा तो ऑडिटिंग भी पॉसिबल है, एरर लोकेट हो सकता है। बेटा तीनों पॉइंट ही आपस में कोरिलेट करते हैं। एडवांटेज ऑफ सब्सिडरी बुक्स बेटा, अज जड़ा अपना टॉपिक रहेगा अपना कैश बुक दी थ्योरी प्लस न्यूमेरिकल। जो आज आप फर्स्ट सबसिडरी बुक करांगे कैश बुक दी थ्योरी प्लस न्यूमेरिकल। बेटा आने वाली वीडियोज़ दे विच, आने वाले लैक्चर विच आपां करांगे बेटा अदर सबसिडरी बुक जो परचेज बुक है, सेल बुक है। देखो बेटा कैश बुक की है, बेटा कैश बुक एक प्राइमरी एंट्री बुक है जिस कैश एंड बैंक ट्रांजैक्शन रिकॉर्ड होंगे क्रोनोलॉजिकल, मतलब इन द ऑर्डर दे हैपन कि जो बेटा कोई भी ट्रांजैक्शन हैपन होई आ उदों उसनूं रिकॉर्ड करना, या आपां ये भी कह सकते हैं डेट वाइज रिकॉर्ड करना। बेटा सब तो इंपोर्टेंट रिसीप्ट एरिया रिकॉर्ड होंदी है डेबिट साइड, पेमेंट एरिया रिकॉर्ड होंदी है क्रेडिट साइड। जिवें बेटा आपां लैजर विच अकाउंट बनाना सीखिया सी, ये लैफ्ट साइड तुहाडी डेबिट साइड होंदी है, राइट साइड तुहाडी क्रेडिट साइड होंदी है। ठीक है जी, तो बेटा जिहड़ी भी अपनी की है रिसीप्ट्स हैं वो तुहाडे रिकॉर्ड होणगियां डेबिट साइड, जिन्नियां भी अपनियां पेमेंट है वो तुहाडे रिकॉर्ड होणगियां क्रेडिट साइड। ठीक है जी, अगे चलते हैं बेटा। फीचर्स ऑफ द कैश बुक, एक कैश एंड बैंक ट्रांजैक्शन रिकॉर्ड करता है बेटा, दोनों का काम करता है, जर्नल का भी लैजर का भी। जर्नल क्यों है बेटा, क्योंकि आप ये सबसिडरी बुक है, अपना पार्ट ऑफ द जर्नल सब डिवाइड है। लैजर क्यों है बेटा, क्योंकि लाइक अ लैजर बनता है, होर बुक्स नहीं लैजर की तरह बनती है, सिर्फ एक कैश बुक है जो जर्नल एंड लैजर दोनों का काम करती है। बेटा इस पॉइंट पर MCQ आ सकता थोड़ा कि ऐसी किहड़ी बुक है जो थोड़े जर्नल एंड लैजर बेटा बहुत वर्क फंक्शन करिए, डैट इज़ अ कैश बुक। बेटा अगला पॉइंट कर चुके, रिसीप्ट डेबिट साइड रिकॉर्ड करनी है, पेमेंट तुसीं क्रेडिट साइड रिकॉर्ड करनी ने। ठीक है जी, इट रिकॉर्ड ओनली वन आस्पैक्ट ऑफ द ट्रांजैक्शन कैश एंड बैंक। बेटा कोई भी क्रेडिट एंट्री नहीं रिकॉर्ड करती, ये सिर्फ कैश या बैंक ट्रांजैक्शन रिकॉर्ड करते हैं। क्रोनोलॉजिकल ऑर्डर डेट वाइज या वट वैन दे हैपन असी उदों रिकॉर्ड करना है। बेटा सब तो इंपोर्टेंट बेटा कैश बुक सब्सिडरी बुक भी है, प्रिंसीपल बुक भी है। बेटा सब्सिडरी बुक क्यों है दसो, क्योंकि बेटा वंस अगेन जर्नल का अपना सब डिवाइड किया गया है, जर्नल तो सब डिवीजन हुई है, दैट्स वाई सबसिडरी बुक है। ये भी सिर्फ असी कैश एंट्री रिकॉर्ड करते हैं। तो बेटा ये प्रिंसीपल बुक क्यों है, क्योंकि ये बहुत इंपॉर्टेंट बुक है, एक लाइक है वैसे लैजर का पार्ट है, एंड इस बुक के बेस थोड़ा लैजर ट्रायल बैलेंस सारे बंदे ने, इस करके बेटा ये प्रिंसीपल बुक भी है। दैन बेटा याद रखना है कैश बुक थोड़ी सबसिडरी बुक भी है एंड प्रिंसीपल बुक भी है। अगे चलता है बेटा टाइप्स ऑफ द कैश बुक। बेटा सिंगल कॉलम होंगे, डबल कॉलम, ट्रिपल कॉलम। बेटा जिवें CBSE क्लासिस आजकल ट्रिपल कॉलम खत्म हो गई है, वो सिर्फ डबल कॉलम ही अपनी यूज़ करते हैं। देखो सिंगल कॉलम में आता ओनली एंड कैश का कॉलम होंगे बेटा, डबल कॉलम में सम बुक्स भी कैश एंड डिस्काउंट, सम बुक्स भी कैश एंड बैंक। बेटा ट्रिपल कॉलम जो PSCB होंगे है कैश बैंक एंड डिस्काउंट का कॉलम होंगे है। तो बेटा आजकल जो चल रहा है सिंगल एंड डबल कॉलम चल रही है, ट्रिपल कॉलम नहीं चल रही। डबल कॉलम भी केड़ी चल रही है बेटा, कैश एंड बैंक कॉलम वाली। ठीक है जी, आप सारी पढ़ते हैं। बेटा सिंगल कॉलम की है जो एक अपना सिंपल कैश बुक है, थोड़ी वन कॉलम होंगे इस साइड कैश का। ठीक है जी, जो भी तुहानूं रिसीप्ट हो रहा है बेटा वो तुसीं डेबिट साइड, जो भी तुहाडा अपना की है पेमेंट कर रहे हो वो तुसीं क्रेडिट साइड। ये देखो सारा कुछ बेटा उरे लिखा पे है, डेट पर्टिकुलर सेम है, लैजर का फॉर्मेट है बेटा, लैजर फोलियो कैश डेट पर्टिकुलर। बेटा उरे तक बेटा थोड़ा है डेबिट साइड, इस तो बाद थोड़ा क्रेडिट साइड। ठीक है जी, जिन्नियां भी रिसीप्ट हो रही हैं बेटा तुसीं डेबिट साइड रिकॉर्ड करनी है, जिन्नियां भी तुसीं पेमेंट कर रहे हो तुसीं की करना अपना क्रेडिट साइड रिकॉर्ड करना है।
बेटा ये सारा ਤੁਹਾਨੂੰ ਦੱਸ ਚੁੱਕਾ डेट पर्टिकुलर वर्चुअल नंबर लैजर फोलियो लैजर चैप्टर देखो आप एक ही चीज़ ये बारे बेटा डिस्कस की पई है कि डेट भी आप डेट लिखना है कदों हो रहा है बेटा पर्टिकुलर अपना अकाउंट का नेम ठीक है जी दूसरे अकाउंट का नेम वाउचर नंबर जो उसमें सपोर्ट कर रहा है मतलब किस बिल के बेस से वो एंट्री रिकॉर्ड हो रही है लैजर फोलियो बेटा इंडैक्सिंग पेज मार्क के लिए काम आती है तो अमाउंट बेटा जिस अगर 10,000 20,000 जिन्नी भी अमाउंट हो तुम लिखोगे बेटा न्यूमैरिकल करांगे बेटा थ्योरी तो बाद आप बेटा डबल कॉलम विच की फर्क है देखो या तो थोड़ी डिस्काउंट एंड कैश उरे तक बेटा थोड़ी डेबिट साइड होंगी है डिस्काउंट एंड कैश या की होंगे बेटा अजकल की चाह रहा बैंक एंड कैश तो डबल कॉलम कैश बुक किसी को भी कह सकते हैं बेटा डिस्काउंट एंड कैश भी तो बैंक एंड कैश भी बेटा जी बैंक दियां भी ट्रांजैक्शन रिकॉर्ड होने कैश दियां भी ट्रांजैक्शन रिकॉर्ड हो बेटा ट्रिपल कॉलम विच किवें आ जाता है बेटा ट्रिपल कॉलम च आ जाता तुहाडा अपना जिसदे भी डिस्काउंट कैश एंड बैंक बेटा तीनों कॉलम आ जान वो तुहाडे की आ जाते हैं बेटा ट्रिपल कॉलम बेटा हद तक तो थ्रैटिकल सी बट हुण जिहड़े कुछ इंपोर्टेंट पॉइंट है ये न्यूमैरिकल पॉइंट ऑफ व्यू वेरी 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 इंपोर्टेंट है अगर बेटा तुहानूं ये पॉइंट समझ आ गए दैन न्यूमैरिकल बहुत ईजी हो जाएगा तुहाडे लई अगर तुहानूं बेटा ये पॉइंट समझ आ गए दैन न्यूमैरिकल बहुत ज़्यादा ईजी हो जाएगा देखो आप स्टार्ट करते हैं फर्स्ट पॉइंट से बेटा वाइल कमेंसिंग अ न्यू बिजनेस बेटा जो तुसीं बिजनेस स्टार्ट करते हैं कैपिटल इंट्रोड्यूस करते हैं देखो वो तुहाडे हुण कित्थे आनी है बेटा रिसीप्ट साइड ते डेबिट साइड अगर तुहाडी कैश इंट्रोड्यूस किया गया है ठीक है अगर बेटा तुसीं सीधा बैंक विच कीता है तो वो बैंक कॉलम च आएगी अगर तुसीं कैश इंट्रोड्यूस किया वो कैश कॉलम च आएगा अगर तुसीं सीधा डायरैक्टली बैंक विच पाया दैन वो बैंक कॉलम च आएगा अगर बेटा देखो लिखना की है तुसीं डेबिट साइड लिखना की है डेबिट साइड तुसीं टू कैपिटल अगर कैश इंट्रोड्यूस किया है कैश कॉलम अगर बैंक में तुसीं सीधा पैसे डिपोजिट करा रहे हो बैंक कॉलम अगर तुसीं न्यू बिजनेस स्टार्ट कर रहे हो अगर तुहाडा बेटा एग्जिस्टिंग बिजनेस है दैन बेटा तुसीं टू कैपिटल नहीं पाओगे तुसीं पाओगे टू बैलेंस BD ब्रोड डाउन ये तुहानूं लैजर विच भी दस के आया सी मैं ठीक है जी अगर तुहाडा न्यूली स्टार्टिड बिजनेस है बेटा दैन तुसीं पाओगे टू कैपिटल अकाउंट अगर तुहाडा एग्जिस्टिंग बिजनेस है दैन तुसीं पाओगे टू बैलेंस BD मतलब ब्रोड डाउन ठीक है जी किहड़ी साइड डेबिट साइड बेटा अगे चलते हैं बेटा अगला पॉइंट इंपोर्टेंट अपना पिछे भी पढ़ा है भी इंपोर्टेंट कि जिन्नियां भी रिसीप्ट साइड है असी कैश इन द कैश कॉलम लिख लाँगे अगर कोई चैक ड्राफ्ट रिसीप्ट किया बैंक कॉलम इसी तरह बेटा अपना की है अगर देखो जिन्ना भी तुसीं रिसीव कर रहे हो बेटा अगर कैश भी रिसीव कर रहे हो कैश भी अगर बैंक भी रिसीव कर रहे हो बैंक विच डेबिट साइड अगर बेटा तुसीं जिन्नियां भी पेमेंट कर रहे हो अगर कैश विच पेमेंट कर रहे हो कैश विच अगर बैंक विच पेमेंट कर रहे हो बैंक विच क्रेडिट साइड सो ईजी उस तो बाद आओ बेटा तुसीं पहचान करनी है कैश ते क्रेडिट ट्रांजैक्शन की अगली अपनियां जिन्नियां भी पॉइंट्स है 3-4 वो है कैश क्रेडिट ट्रांजैक्शन की पहचान करना क्योंकि बेटा ये पहचान करनी क्यों इंपोर्टेंट है बिकॉज क्रेडिट ट्रांजैक्शन कैश बुक विच नहीं रिकॉर्ड होंदी कैश बुक भी सिर्फ कैश ट्रांजैक्शन ते बैंक ट्रांजैक्शन रिकॉर्ड होंदियां ने देखो जी बेटा जिस ट्रांजैक्शन में पार्टी नेम नहीं गिवन वो कैश ट्रांजैक्शन मन्नी जाती है जिवें मन के चलो फर्नीचर सोल्ड बेटा एक कैश ट्रांजैक्शन है असी एंट्री पाने कैश अकाउंट डेबिट टू फर्नीचर ठीक है जी गुड्स परचेज बेटा ये भी कैश ट्रांजैक्शन है ये असी की एंट्री पाने परचेजेस अकाउंट डेबिट टू कैश तो बेटा जिस दे विच नेम नहीं गिवन पार्टी का वो तो की होणगी कैश ट्रांजैक्शन इत्थे भी एग्जाम्पल दी भी है बेटा अगर तुसीं पढ़ना चाहो तो बेटा अगे आता है जिस भी पार्टी का नेम गिवन होवे होंदी है क्रेडिट ट्रांजैक्शन जिवें बेटा मैं कहां फर्नीचर सोल्ड टू राम या फर्नीचर सोल्ड टू एक्स मिस्टर एक्स तो बेटा एक क्रेडिट ट्रांजैक्शन है तो असी एंट्री पाने मिस्टर एक्स अकाउंट डेबिट टू फर्नीचर ठीक है मिस्टर एक्स रिसीवर हो गया फर्नीचर साढ़े कोल जा रहा है तो ये थोड़ी बेटा केड़ी होगी क्रेडिट ट्रांजैक्शन ठीक है जी जिस भी पार्टी का नेम आ गया वो थोड़ी केड़ी होगी क्रेडिट ट्रांजैक्शन जो कि कैश बुक विच नहीं रिकॉर्ड होएगी सब तो इंपोर्टेंट बेटा अगे आ जाओ कि बेटा अगर थोड़ा पार्टी का नेम भी गिवन होवे ते अपना कैश भी गिवन होवे दैन बेटा असीं मान के चलांगे कैश ट्रांजैक्शन है जिवें तुहानूं एग्जाम्पल दिंदे अगर कहिए फर्नीचर सोल्ड टू मिस्टर एक्स इन कैश तो बेटा ये पार्टी का नेम भी गिवन आ गया कैश भी गिवन आ गया तो असी इसनों भी कैश ट्रांजैक्शन मनांगे इसकी एंट्री होगी कैश अकाउंट डेबिट टू फर्नीचर ये भी तुसी बुक्स दे विच अपना रिकॉर्ड करोगे ठीक है जी कैश बुक विच
ਅੱਗੇ ਬੇਟਾ ਫਿਰ ਉਹੀ ਜਿੰਨੀ ਵੀ ਪੇਮੈਂਟ ਹੋਣਗੀਆਂ ਤੁਹਾਡੀ ਕ੍ਰੈਡਿਟ ਸਾਈਡ ਰਿਕਾਰਡ ਹੋਣਗੀਆਂ, ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ। ਕੈਸ਼ ਵਾਲੀ ਕੈਸ਼ ਕੋਲਮ 'ਚ, ਬੈਂਕ ਚੈੱਕ ਵਾਲੀ ਬੈਂਕ ਕੋਲਮ 'ਚ ਬੇਟਾ ਸਭ ਤੋਂ ਇੰਪੋਰਟੈਂਟ, ਵੈਰੀ 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 ਇੰਪੋਰਟੈਂਟ, ਕਾਊਂਟਰ ਐਂਟਰੀ। ਵਟ ਇਜ਼ ਦਾ ਕਾਊਂਟਰ ਐਂਟਰੀ? ਬੇਟਾ ਕਾਊਂਟਰ ਐਂਟਰੀ ਉਹ ਐਂਟਰੀ ਹੁੰਦੀ ਹੈ ਜਦੋਂ ਤੁਹਾਡਾ ਕੈਸ਼ ਐਂਡ ਬੈਂਕ ਬੈਲੈਂਸ ਦੋਨਾਂ 'ਤੇ ਇਫੈਕਟ ਪਵੇ। ਇੱਕ ਬੈਲੈਂਸ ਤੁਹਾਡਾ ਵੱਧ ਰਿਹਾ ਹੋਵੇ, ਇੱਕ ਬੈਲੈਂਸ ਤੁਹਾਡਾ ਇਨਕਰੀਜ਼ ਹੋ ਰਿਹਾ ਹੋਵੇ, ਇੱਕ ਬੈਲੈਂਸ ਤੁਹਾਡਾ ਡੀਕਰੀਜ਼ ਹੋ ਰਿਹਾ ਹੋਵੇ, ਡੈਟ ਇਜ਼ ਅ ਕਾਊਂਟਰ ਐਂਟਰੀ। ਤੁਹਾਨੂੰ ਮੈਂ ਐਗਜ਼ਾਮਪਲ ਨਾਲ ਸਮਝਾਉਣਾ ਬੇਟਾ, ਦੋ ਕੇਸਿਸ ਵਿੱਚ ਹੀ ਪੋਸੀਬਲ ਹੈ। ਦੇਖੋ, ਜਦੋਂ ਤੁਸੀਂ ਕੈਸ਼ ਡਿਪੋਜ਼ਿਟ ਕਰਵਾ ਰਹੇ ਹੋ ਬੈਂਕ ਵਿੱਚ, ਜਾਂ ਕੈਸ਼ ਵਿਡਰੋ ਕਰ ਰਹੇ ਹੋ। ਜਦੋਂ ਤੁਸੀਂ ਬੈਂਕ ਵਿੱਚ ਕੈਸ਼ ਡਿਪੋਜ਼ਿਟ ਕਰਵਾ ਰਹੇ ਹੋ, ਜਦੋਂ ਬੇਟਾ ਵਿਡਰੋ ਕਰ ਰਹੇ ਹੋ, ਬੇਟਾ ਬੈਂਕ ਵਿੱਚ ਡਿਪੋਜ਼ਿਟ ਕਰਵਾਓਗੇ, ਬੈਂਕ ਦਾ ਬੈਲੈਂਸ ਵਧੇਗਾ, ਡੈਬਿਟ ਹੋ ਗਿਆ, ਜਾਂ ਰਿਸੀਵਰ ਹੈ ਬੇਟਾ, ਕੈਸ਼ ਦਾ ਬੈਲੈਂਸ ਘਟੇਗਾ, ਵਟ ਗੋਜ਼ ਆਊਟ ਹੈ, ਕ੍ਰੈਡਿਟ ਹੋ ਗਿਆ। ਤਾਂ ਬੇਟਾ ਇੱਕ ਦਾ ਬੈਲੈਂਸ ਵੱਧ ਰਿਹਾ, ਇੱਕ ਦਾ ਬੈਲੈਂਸ ਘਟ ਰਿਹਾ। ਅਗਰ ਤੁਸੀਂ ਕੀ ਹੈ ਕੈਸ਼ ਵਿਡਰੋ ਕਹੋਗੇ, ਬੇਟਾ ਕੈਸ਼ ਅਕਾਊਂਟ ਡੈਬਿਟ ਤੁਹਾਡੇ ਕੋਲੋਂ ਆ ਰਿਹਾ, ਕਿਸ ਕੋਲੋਂ ਆ ਰਿਹਾ? ਬੈਂਕ ਕੋਲੋਂ ਆ ਰਿਹਾ। ਤਾਂ ਕੈਸ਼ ਦਾ ਬੈਲੈਂਸ ਵੱਧ ਰਿਹਾ, ਬੈਂਕ ਦਾ ਬੈਲੈਂਸ ਘਟ ਰਿਹਾ। ਬੇਟਾ ਹੁਣ ਤੁਸੀਂ ਇਹਨੂੰ ਬੁੱਕਸ ਆਫ ਅਕਾਊਂਟ ਵਿੱਚ ਕਿਵੇਂ ਰਿਕਾਰਡ ਕਰਨਾ ਹੈ? ਦੇਖੋ ਬੇਟਾ, ਜਦੋਂ ਤੁਸੀਂ ਇੱਕ ਕੈਸ਼ ਬੁੱਕ ਬਣਾ ਰਹੇ ਹੋ, ਪਰਟੀਕੂਲਰ ਕੈਸ਼ ਬੈਂਕ, ਡੇਟ ਨਹੀਂ ਪਾ ਰਿਹਾ ਬੇਟਾ, ਚਲੋ ਆਪਣਾ ਪਰਟੀਕੂਲਰ ਕੈਸ਼ ਬੈਂਕ, ਮੈਂ ਬੇਟਾ ਡੇਟ ਦਾ ਕੋਲਮ ਨਹੀਂ ਬਣਾਇਆ, ਪਰਟੀਕੂਲਰ ਕੈਸ਼ ਬੈਂਕ, ਪਰਟੀਕੂਲਰ ਕੈਸ਼ ਬੈਂਕ। ਬੇਟਾ ਜਦੋਂ ਦੇਖੋ ਤੁਸੀਂ ਡਿਪੋਜ਼ਿਟ ਕਰਵਾਇਆ ਪੈਸਾ, ਜਦੋਂ ਤੁਸੀਂ ਕੀ ਕਰਵਾਇਆ? ਡਿਪੋਜ਼ਿਟ ਕਰਵਾਇਆ, ਤਾਂ ਬੇਟਾ ਇੱਥੇ ਪਾਓਗੇ ਤੁਸੀਂ ਟੂ ਕੈਸ਼, ਉਰੇ ਅਮਾਊਂਟ ਪਾ ਦਾਂਗੇ ਆਪਾਂ ਬੈਂਕ ਕੋਲਮ ਵਿੱਚ। ਅਸੀਂ ਉਰੇ ਕੀ ਪਾ ਦਾਂਗੇ ਬੇਟਾ? ਬੈਂਕ ਕੋਲਮ 'ਚ ਅਮਾਊਂਟ। ਅਸੀਂ ਇੱਧਰ ਪਾਵਾਂਗੇ ਬੇਟਾ ਕ੍ਰੈਡਿਟ ਸਾਈਡ, ਤੁਸੀਂ ਪਾਓਗੇ ਬਾਏ ਬੈਂਕ, ਅਸੀਂ ਉਰੇ ਪਾ ਦਾਂਗੇ ਕੈਸ਼ ਕੋਲਮ 'ਚ। ਕਿਉਂ ਬੇਟਾ? ਕਿਉਂਕਿ ਦੇਖੋ ਰਸੀਪਟ, ਬੈਂਕ ਦਾ ਬੈਲੈਂਸ ਵੱਧ ਰਿਹਾ ਡੈਬਿਟ ਸਾਈਡ, ਕੈਸ਼ ਦਾ ਬੈਲੈਂਸ ਘਟ ਰਿਹਾ ਕ੍ਰੈਡਿਟ ਸਾਈਡ। ਬਾਏ ਬੈਂਕ ਟੂ ਕੈਸ਼, ਆਪਾਂ ਦੂਸਰੇ ਅਕਾਊਂਟ ਦਾ ਨੇਮ ਲਿਖਦੇ ਹਾਂ, ਲੈਜਰ ਵੀ ਸਮਝੋ ਬੇਟਾ ਜਾ ਕੇ ਪ੍ਰੀਵੀਅਸ ਲੈਕਚਰ ਵਿੱਚ। ਅਗਰ ਤੁਸੀਂ ਕੈਸ਼ ਵਿਡਰੋ ਕਰਾ ਰਹੇ ਹੋ ਤਾਂ ਕੈਸ਼ ਅਕਾਊਂਟ ਡੈਬਿਟ ਟੂ ਬੈਂਕ ਹੈ, ਤੁਸੀਂ ਕੀ ਪਾਓਗੇ ਬੇਟਾ? ਟੂ ਬੈਂਕ ਕੈਸ਼ ਦੇ ਵਿੱਚ, ਟੂ ਬੈਂਕ ਪਾ ਕੇ ਕੈਸ਼ ਵਿੱਚ ਪਾਓਗੇ, ਬਾਏ ਕੈਸ਼ ਪਾ ਕੇ ਬੇਟਾ ਬੈਂਕ 'ਚ ਪਾਓਗੇ। ਹੁਣ ਦੇਖੋ ਬੇਟਾ, ਜਦੋਂ ਕੈਸ਼ ਵਿਡਰੋ ਕਰਵਾ ਰਹੇ ਹੋ, ਕੈਸ਼ ਦਾ ਬੈਲੈਂਸ ਵੱਧ ਰਿਹਾ, ਡੈਬਿਟ ਸਾਈਡ ਆ ਜਾਏਗਾ ਕੈਸ਼ ਦਾ ਬੈਲੈਂਸ, ਬੈਂਕ ਦਾ ਬੈਲੈਂਸ ਘਟ ਰਿਹਾ, ਉਹ ਤੁਹਾਡਾ ਕ੍ਰੈਡਿਟ ਸਾਈਡ ਆ ਜਾਏਗਾ। ਤਾਂ ਬੇਟਾ ਇਹ ਤੁਹਾਡਾ ਕਾਊਂਟਰ ਐਂਟਰੀ ਹੁੰਦੀ ਹੈ। ਸਭ ਤੋਂ ਇੰਪੋਰਟੈਂਟ ਗੱਲ ਇਹਦੀ ਇੱਕ ਹੋਰ ਵੀ ਹੈ ਕਿ ਜਦੋਂ ਵੀ ਬੇਟਾ ਤੁਸੀਂ ਐਂਟਰੀ ਨੋਟ ਡਾਊਨ ਕਰਨੀ ਹੈ, ਲੈਜਰ ਫੋਲੀਓ ਵੀ ਸੀ ਲਿਖਣਾ ਹੈ। ਜਿਵੇਂ ਬੇਟਾ ਇੱਕ ਆਪਣਾ ਲੈਜਰ ਫੋਲੀਓ ਹੁੰਦਾ, ਜਦੋਂ ਵੀ ਤੁਸੀਂ ਕਾਊਂਟਰ ਐਂਟਰੀ ਉਹਦੇ ਸਾਹਮਣੇ ਤੁਸੀਂ ਚਾਹੇ ਡੈਬਿਟ ਸਾਈਡ ਹੈ ਚਾਹੇ ਕ੍ਰੈਡਿਟ ਸਾਈਡ ਹੈ, ਸੀ ਪਾ ਕੇ ਡੋਨੇਟ ਕਰਨਾ ਹੈ ਕਿ ਜੋ ਵੀ ਉਸ ਅਕਾਊਂਟ ਨੂੰ ਰੀਡ ਕਰ ਰਿਹਾ ਕਿ ਉਸਨੂੰ ਅੰਡਰਸਟੈਂਡ ਹੋ ਜਾਏ ਕਿ ਇਹ ਬੇਟਾ ਕਾਊਂਟਰ ਐਂਟਰੀ ਹੈ। ਤਾਂ ਬੇਟਾ ਕਾਊਂਟਰ ਐਂਟਰੀ ਉਹ ਹੈ ਜੋ ਕੈਸ਼ ਐਂਡ ਬੈਂਕ ਬੈਲੈਂਸ 'ਤੇ ਇਫੈਕਟ ਪਾਉਂਦੀ ਹੈ। ਜਦੋਂ ਅਸੀਂ ਕੈਸ਼ ਡਿਪੋਜ਼ਿਟ ਕਰਵਾਉਂਦੇ ਹਾਂ, ਕੈਸ਼ ਵਿਡਰੋ ਕਰਵਾਉਂਦੇ ਹਾਂ, ਇੱਕ ਅਕਾਊਂਟ ਦਾ ਬੈਲੈਂਸ ਵੱਧਦਾ ਹੈ, ਇੱਕ ਅਕਾਊਂਟ ਦਾ ਬੈਲੈਂਸ ਘਟਦਾ ਹੈ ਬੇਟਾ। ਅੱਗੇ ਆ ਜਾਓ ਬੇਟਾ, ਇਹ ਬੇਟਾ ਇਹ ਵੀ ਪੁਆਇੰਟ ਬਹੁਤ ਇੰਪੋਰਟੈਂਟ ਹੈ ਨਿਊਮੈਰੀਕਲ ਪੁਆਇੰਟ ਆਫ ਵਿਊ ਤੋਂ। ਜਿਹੜਾ ਤੁਹਾਡਾ ਇਹ ਪੁਆਇੰਟ ਹੈ, ਦੇਖੋ ਬੇਟਾ, ਅਗਰ ਤੁਸੀਂ ਚੈੱਕ ਐਂਡ ਡਰਾਫਟ ਡਿਪੋਜ਼ਿਟ ਕਰਵਾ ਰਹੇ ਹੋ ਬੈਂਕ ਵਿੱਚ ਸੇਮ ਡੇ, ਅਗਰ ਤੁਸੀਂ ਦੇਖੋ ਇੱਕ ਐਗਜ਼ਾਮਪਲ ਲੈਂਦੇ ਹਾਂ, ਤੁਸੀਂ ਚੈੱਕ ਰਿਸੀਵ ਫਰੋਮ ਮਿਸਟਰ ਐਕਸ ਐਂਡ ਸੇਮ ਡੇ ਡਿਪੋਜ਼ਿਟ, ਚੈੱਕ ਰਿਸੀਵ ਫਰੋਮ ਮਿਸਟਰ ਐਕਸ ਐਂਡ ਸੇਮ ਡੇ ਡਿਪੋਜ਼ਿਟ। ਫਿਰ ਬੇਟਾ ਐਂਟਰੀ ਕੀ ਹੋ ਗਈ ਆਪਣੀ? ਬੈਂਕ ਅਕਾਊਂਟ ਡੈਬਿਟ ਟੂ ਐਕਸ, ਅਤੇ ਅਸੀਂ ਰਿਸੀਵ ਕਰ ਰਹੇ ਹਾਂ, ਤਾਂ ਰਿਸੀਵ ਕਰ ਰਿਹਾ ਆਪਣਾ ਡੈਬਿਟ ਸਾਈਡ ਆਉਂਦਾ ਜਾਂ ਲੈਜਰ ਪੋਸਟਿੰਗ, ਕੁਛ ਵੀ ਦੇਖ ਲਓ ਬੇਟਾ। ਅਸੀਂ 2x ਪਾ ਕੇ ਬੈਂਕ ਦੇ ਕੋਲਮ ਦੇ ਵਿੱਚ ਅਮਾਊਂਟ ਪਾ ਦਾਂਗੇ ਜਦੋਂ ਅਸੀਂ ਸੇਮ ਡੇ ਡਿਪੋਜ਼ਿਟ ਕਰ ਰਹੇ ਹਾਂ। ਯਾਦ ਰੱਖਣਾ ਬੇਟਾ, ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ। ਅਗਰ ਚੈੱਕ ਰਿਸੀਵ ਫਰੋਮ ਮਿਸਟਰ ਐਕਸ ਬਟ ਅਸੀਂ ਸੇਮ ਡੇ ਡਿਪੋਜ਼ਿਟ ਨਹੀਂ ਕੀਤਾ, ਜਾਂ ਤੁਸੀਂ ਕਹਿ ਲਓ ਇਹਨਾਂ ਨੇ ਅਸੀਂ ਐਗਜ਼ਾਮਪਲ ਦਿੱਤੀ ਹੈ ਚੈੱਕ ਰਿਸੀਵ ਫਰੋਮ ਆਸ਼ੂਤੋਸ਼, ਅਸੀਂ ਸੇਮ ਡੇ ਡਿਪੋਜ਼ਿਟ ਨਹੀਂ ਕੀਤਾ, ਨੈਕਸਟ ਡੇ ਡਿਪੋਜ਼ਿਟ ਕਰਵਾਇਆ, ਦੈਨ ਬੇਟਾ ਮੈਂ ਕੈਸ਼ ਬੁੱਕ 'ਚ ਨਹੀਂ ਪਾਵਾਂਗਾ। ਮੈਂ ਐਂਟਰੀ ਕੀ ਪਾਵਾਂਗਾ? ਇੱਕ ਜਨਰਲ ਐਂਟਰੀ ਵਰਕਿੰਗ ਨੋਟ ਸ਼ੋ ਕਰਾਂਗਾ, ਚੈੱਕ ਇਨ ਹੈਂਡ ਅਕਾਊਂਟ ਡੈਬਿਟ ਟੂ ਮਿਸਟਰ ਐਕਸ ਜਾਂ ਆਸ਼ੂਤੋਸ਼ ਜਿਸ ਤੋਂ ਰਿਸੀਵ ਕੀਤਾ ਹੈ। ਕਿ ਬੇਟਾ ਉਹਨੂੰ ਮੈਂ ਇੱਕ ਜਰਨਲ ਐਂਟਰੀ ਵੀ ਸ਼ੋ ਕਰਨਾ ਹੈ, ਮੈਂ ਉਹਨੂੰ ਕੈਸ਼ ਬੁੱਕ ਵਿੱਚ ਨਹੀਂ ਸ਼ੋ ਕਰਨਾ। ਕੀ ਸ਼ੋ ਕਰਾਂਗਾ? ਚੈੱਕ ਇਨ ਹੈਂਡ ਅਕਾਊਂਟ ਡੈਬਿਟ ਟੂ ਆਸ਼ੂਤੋਸ਼ ਜਾਂ ਮਿਸਟਰ ਐਕਸ, ਕਿਉਂਕਿ ਇਹ ਗਿਵਰ ਹੈ, ਚੈੱਕ ਹੈ ਜੇ ਮੇਰੇ ਹੈਂਡ 'ਤੇ ਡਿਪੋਜ਼ਿਟ ਨਹੀਂ ਕਰਵਾਇਆ। ਠੀਕ ਹੈ ਬੇਟਾ। ਜਦੋਂ ਤੁਸੀਂ ਡਿਪੋਜ਼ਿਟ ਕਰਵਾ ਦੋਗੇ ਨੈਕਸਟ ਡੇ ਨੂੰ, ਜਦੋਂ ਤੁਸੀਂ ਡਿਪੋਜ਼ਿਟ ਕਰਵਾ ਦੋਗੇ ਦੈਨ ਬੇਟਾ ਐਂਟਰੀ ਪਾ ਦੋਗੇ ਬੈਂਕ ਅਕਾਊਂਟ ਡੈਬਿਟ ਟੂ ਚੈੱਕ ਇਨ ਹੈਂਡ, ਬੈਂਕ ਅਕਾਊਂਟ ਡੈਬਿਟ ਟੂ ਚੈੱਕ ਇਨ ਹੈਂਡ। ਤਾਂ ਆਟੋਮੈਟਿਕਲੀ ਐਂਟਰੀ ਬੇਟਾ ਤੁਹਾਡਾ ਚੈੱਕ ਇਨ ਹੈਂਡ ਅਤੇ ਚੈੱਕ ਇਨ ਹੈਂਡ ਕੱਟਿਆ ਜਾਏਗਾ। ਆਟੋਮੈਟਿਕਲੀ ਐਂਟਰੀ ਤੁਹਾਡੀ ਬੈਂਕ ਟੂ ਮਿਸਟਰ ਐਕਸ ਜਾਂ ਆਸ਼ੂਤੋਸ਼ ਹੀ ਬਣੀ, ਬਟ ਉਹ ਤੁਸੀਂ ਅਗਲੇ ਦੇ ਡਿਪੋਜ਼ਿਟ ਕਰਵਾ ਰਹੇ ਹੋ। ਤਾਂ ਬੇਟਾ ਮੈਂ ਬਰੀਫ 'ਚ ਦੁਬਾਰਾ ਦੱਸਾਂ ਕਿ ਆਪਾਂ ਐਗਜ਼ਾਮਪਲ ਵੀ ਲਵਾਂਗੇ। ਜੇ ਤਾਂ ਬੇਟਾ ਤੁਸੀਂ ਦੇਖੋ ਸੇਮ ਡੇ ਡਿਪੋਜ਼ਿਟ ਕਰਵਾ ਰਹੇ ਹੋ, ਸੇਮ ਡੇ, ਫਿਰ ਤਾਂ ਬੇਟਾ ਤੁਹਾਡਾ ਬੈਂਕ ਕੋਲਮ 'ਚ ਆ ਜਾਏਗਾ, ਸਿੱਧਾ ਐਂਟਰੀ ਹੋ ਜਾਏਗੀ ਬੈਂਕ ਅਕਾਊਂਟ ਡੈਬਿਟ ਟੂ ਮਿਸਟਰ ਐਕਸ। ਬੇਟਾ ਜੇ ਤੁਸੀਂ ਇੱਕ ਦਿਨ ਰਿਸੀਵ ਹੋ ਰਿਹਾ, ਨੈਕਸਟ ਡੇ ਡਿਪੋਜ਼ਿਟ ਕਰਵਾ ਰਹੇ ਹੋ, ਇਸ ਫਸਟ ਡੇ ਤੁਹਾਨੂੰ ਰਿਸੀਵ ਹੋਇਆ, ਨੈਕਸਟ ਡੇ ਤੁਸੀਂ ਡਿਪੋਜ਼ਿਟ ਕਰਵਾ ਰਹੇ ਹੋ, ਦੈਨ ਬੇਟਾ ਜਿਸ ਦਿਨ ਰਿਸੀਵ ਹੋਇਆ ਉਸ ਦਿਨ ਤੁਸੀਂ ਕੈਸ਼ ਬੁੱਕ 'ਚ ਕੁਛ ਨਹੀਂ ਪਾਉਣਾ, ਉਸ ਦਿਨ ਤੁਸੀਂ ਜਰਨਲ ਐਂਟਰੀ ਪਾਉਣੀ ਹੈ ਚੈੱਕ ਇਨ ਹੈਂਡ ਅਕਾਊਂਟ ਡੈਬਿਟ,
ਚੈੱਕ ਇਨ ਹੈਂਡ ਅਕਾਊਂਟ ਡੈਬਿਟ ਟੂ ਮਿਸਟਰ ਐਕਸ ਜਾਂ ਜਿਸ ਤੋਂ ਵੀ ਰਿਸੀਵ ਹੋਇਆ ਕੰਸਰਨ ਪਾਰਟੀ। ਬੇਟਾ ਜਦੋਂ ਤੁਸੀਂ ਇਸਨੂੰ ਡਿਪੋਜ਼ਿਟ ਕਰਵਾ ਰਹੇ ਹੋ ਤਾਂ ਐਂਟਰੀ ਕੀ ਪਾ ਦੋਗੇ, ਚੈੱਕ ਇਨ ਹੈ ਆਪਣਾ ਬੈਂਕ ਅਕਾਊਂਟ ਡੈਬਿਟ ਟੂ ਚੈੱਕ ਇਨ ਹੈਂਡ। ਤਾਂ ਬੇਟਾ ਆਟੋਮੈਟਿਕਲੀ ਤੁਹਾਡਾ ਚੈੱਕ ਇਨ ਹੈਂਡ ਕੱਟਿਆ ਜਾਏਗਾ। ਐਂਟਰੀ ਤੁਹਾਡੀ ਰਹਿ ਜਾਏਗੀ ਬੇਟਾ ਬੈਂਕ ਅਕਾਊਂਟ ਡੈਬਿਟ ਟੂ ਆਸ਼ੂਤੋਸ਼ ਜਾਂ ਮਿਸਟਰ ਐਕਸ। ਠੀਕ ਹੈ ਜੀ, ਆ ਦੇਖੋ ਇੱਥੇ ਵੀ ਲਿਖਿਆ ਹੋਇਆ ਬੇਟਾ ਕਿ ਜਿਹੜਾ ਤੁਹਾਡਾ ਚੈੱਕ ਇਨ ਹੈਂਡ ਦਾ ਬੈਲੈਂਸ ਉਹ ਕੀ ਹੋ ਜਾਏਗਾ, ਨਿਲ ਹੋ ਜਾਏਗਾ। ਤਾਂ ਬੇਟਾ ਇਹ ਦੇਖੋ CBSE ਕਲਾਸ ਦੇ ਵਿੱਚ NCERT ਦੀ ਬੁੱਕ ਵਿੱਚ ਇਸ ਤਰ੍ਹਾਂ ਟਰੀਟਮੈਂਟ ਹੁੰਦਾ ਹੈ। ਅਗਰ ਅਸੀਂ ਪੰਜਾਬ ਬੋਰਡ ਦੀ ਗੱਲ ਕਰੀਏ ਉਹਨਾਂ ਦਾ ਟਰੀਟਮੈਂਟ ਬੇਟਾ ਡਿਫਰੈਂਟ ਹੈ। ਬਟ ਬੇਟਾ ਤੁਸੀਂ ਫੋਲੋ NCERT ਨੂੰ ਕਰਨਾ ਤਾਂ ਤੁਸੀਂ ਜਿਹੜਾ ਟਰੀਟਮੈਂਟ ਹੈ ਇसी ਨੂੰ ਫੋਲੋ ਕਰਨਾ ਹੈ। ਠੀਕ ਹੈ ਜੀ, ਅੱਗੇ ਆ ਜਾਓ ਬੇਟਾ। ਇਸ ਦੀ ਐਗਜ਼ਾਮਪਲ ਨਾਲ ਤੁਹਾਨੂੰ ਸਮਝਾਇਆ ਪਿਆ। ਦੇਖੋ ਕਿ 10,000 ਰਿਸੀਵ ਹੋਏ ਅਤੇ ਚੈੱਕ ਡਿਪੋਜ਼ਿਟ 27 ਨੂੰ ਰਿਸੀਵ ਹੋਏ, 31 ਨੂੰ ਤੁਸੀਂ ਡਿਪੋਜ਼ਿਟ ਕਰਵਾਇਆ। ਬੇਟਾ ਜਿਹੜਾ 27 ਨੂੰ ਡਿਪੋਜ਼ਿਟ ਕਰਵਾ ਦਿੰਦਾ ਤਾਂ ਤੁਹਾਡੀ ਸਿੱਧਾ ਐਂਟਰੀ ਆ ਜਾਂਦੀ ਬੈਂਕ ਟੂ ਮਾਰਿਆ। ਠੀਕ ਹੈ, ਬਟ ਅਗਰ ਉਹ ਚੈੱਕ ਨੂੰ ਡਿਪੋਜ਼ਿਟ ਕਰਵਾ ਰਿਹਾ 31 ਨੂੰ ਤਾਂ ਬੇਟਾ ਪਹਿਲਾਂ ਆਪਾਂ ਜਨਰਲ ਐਂਟਰੀ ਪਾਵਾਂਗੇ 27 ਨੂੰ ਚੈੱਕ ਇਨ ਹੈਂਡ ਅਕਾਊਂਟ ਡੈਬਿਟ ਟੂ M। ਅਤੇ ਜਦੋਂ ਇਹ ਡਿਪੋਜ਼ਿਟ ਕਰਵਾ ਰਿਹਾ, ਕਦੋਂ ਕਰਵਾ ਰਿਹਾ, 31 ਮਾਰਚ ਨੂੰ, ਤਾਂ ਆਪਣੀ ਐਂਟਰੀ ਹੋ ਜਾਏਗੀ ਬੈਂਕ ਅਕਾਊਂਟ ਡੈਬਿਟ ਟੂ ਚੈੱਕ ਇਨ ਹੈਂਡ। ਬੈਂਕ ਅਕਾਊਂਟ ਡੈਬਿਟ ਟੂ ਚੈੱਕ ਇਨ ਹੈਂਡ ਅਸੀਂ ਪਾਵਾਂਗੇ ਬੇਟਾ ਬੈਂਕ ਡੈਬਿਟ ਸਾਈਡ ਪਾ ਦਾਂਗੇ ਬੈਂਕ ਕੋਲਮ ਵਿੱਚ ਟੂ ਚੈੱਕ ਇਨ ਹੈਂਡ। ਤਾਂ ਵੈਰੀ ਇੰਪੋਰਟੈਂਟ ਟ੍ਰੀਟਮੈਂਟ ਬੇਟਾ, ਇਹਨੂੰ ਵਧੀਆ ਤਰੀਕੇ ਨਾਲ ਸਮਝ ਲੈਣਾ, ਵੀਡੀਓ ਨੂੰ ਰਿਪੀਟ ਕਰਕੇ ਦੇਖ ਲੈਣਾ। ਬਟ ਇਹ ਟੋਪਿਕ ਨੂੰ ਬੇਟਾ ਇਸ ਤਰ੍ਹਾਂ ਨਾਲ ਅੱਗੇ ਜਾਣਾ ਜਦ ਤੱਕ ਇਹ ਅੱਛੀ ਤਰ੍ਹਾਂ ਸਮਝ ਨਾ ਆਵੇ। ਬੇਟਾ ਅੱਗੇ ਕੀ ਆਂਦਾ, ਅਗਰ ਚੈੱਕ ਕਿਸੇ ਵੀ ਰੀਜ਼ਨ ਕਰਕੇ ਡਿਸਓਨਰਡ ਹੋ ਗਿਆ, ਅਗਰ ਚੈੱਕ ਕਿਸੇ ਵੀ ਰੀਜ਼ਨ ਕਰਕੇ ਬੇਟਾ ਡਿਸਓਨਰਡ ਹੋ ਗਿਆ ਦੈਨ ਕੀ ਹੋਏਗਾ ਬੇਟਾ, ਉਹ ਆਪਣਾ ਬੈਂਕ ਕੋਲਮ ਦੀ ਕ੍ਰੈਡਿਟ ਸਾਈਡ ਚੱਲ ਜਾਏਗਾ। ਦੇਖੋ ਤੁਸੀਂ ਬੇਟਾ ਕਿਸ ਤੋਂ ਚੈੱਕ ਰਿਸੀਵ ਕੀਤਾ ਸੀ, ਮੰਨ ਕੇ ਚਲੋ ਅਸੀਂ ਐਂਟਰੀ ਪਾਈ ਸੀ ਬੈਂਕ ਟੂ ਐਕਸ। ਜਦੋਂ ਡਿਸਓਨਰਡ ਹੋ ਗਿਆ ਅਸੀਂ ਐਂਟਰੀ ਪਾਵਾਂਗੇ ਐਕਸ ਅਕਾਊਂਟ ਡੈਬਿਟ ਟੂ ਬੈਂਕ, ਐਕਸ ਅਕਾਊਂਟ ਡੈਬਿਟ ਟੂ ਬੈਂਕ। ਇਹੀ ਬੇਟਾ ਆਪਾਂ ਕੈਸ਼ ਬੁੱਕ ਦੀ ਗੱਲ ਕਰੀਏ, ਜਦੋਂ ਸਾਨੂੰ ਚੈੱਕ ਰਿਸੀਵ ਹੋਇਆ ਸੀ ਅਸੀਂ ਡੈਬਿਟ ਸਾਈਡ ਬੈਂਕ ਕੋਲਮ 'ਚ ਪਾਇਆ ਸੀ ਬੇਟਾ। ਜਦੋਂ ਚੈੱਕ ਡਿਸਓਨਰਡ ਹੋ ਗਿਆ ਡਿਊ ਟੂ ਐਨੀ ਰੀਜ਼ਨ ਤਾਂ ਬੇਟਾ ਅਸੀਂ ਉਹਨੂੰ ਕ੍ਰੈਡਿਟ ਸਾਈਡ ਪਾ ਦਾਂਗੇ ਬਾਈ ਐਕਸ ਪਾ ਕੇ ਬੈਂਕ ਕੋਲਮ 'ਚ ਹੀ। ਤਾਂ ਬੇਟਾ ਡਿਸਓਨਰਡ ਕੁਛ ਨਹੀਂ ਹੈ, ਜਦੋਂ ਤੁਹਾਡਾ ਚੈੱਕ ਡਿਸਓਨਰਡ ਹੋ ਰਿਹਾ ਤੁਸੀਂ ਪਾਰਟੀ ਨੂੰ ਵਾਪਸ ਕਰ ਰਹੇ ਹੋ ਤਾਂ ਬੈਂਕ ਅਕਾਊਂਟ ਕ੍ਰੈਡਿਟ ਹੋ ਜਾਏਗਾ, ਕਸਟਮਰ ਅਕਾਊਂਟ ਡੈਬਿਟ ਹੋ ਜਾਏਗਾ ਜਿਸ ਪਾਰਟੀ ਨੂੰ ਤੁਸੀਂ ਕੀ ਹੈ ਬੇਟਾ ਵਾਪਸ ਕਰ ਰਹੇ ਹੋ। ਠੀਕ ਹੈ ਜੀ, ਅੱਗੇ ਆਂਦਾ ਬੇਟਾ ਅੰਡੋਸ। ਬੇਟਾ ਵਾਂਸ ਅਗੇਨ CBSE ਸਟੂਡੈਂਟਸ ਕੁਛ ਹੋਰ ਟ੍ਰੀਟਮੈਂਟ ਹੈ, ਪੰਜਾਬ ਬੋਰਡ ਸਕੂਲ 'ਚ ਆਪਣਾ ਹੋਰ ਟ੍ਰੀਟਮੈਂਟ ਹੈ, ਬਟ ਤੁਸੀਂ NCERT CBSE ਵਾਲਾ ਫੋਲੋ ਕਰਨਾ ਹੈ। ਬੇਟਾ ਅੰਡੋਸ ਦਾ ਕੀ ਹੈ, ਅਗਰ ਮੰਨ ਕੇ ਚੱਲੋ ਮੈਨੇ ਐਕਸ ਤੋਂ ਪੈਸੇ ਬੇਟਾ ਰਿਸੀਵ ਕੀਤੇ ਅਤੇ ਮੈਂ ਕਿਸੇ ਵਾਈ ਪਰਸਨ ਨੂੰ ਪੈਸੇ ਦੇਣੇ ਸੀ, ਮੈਂ ਵਾਈ ਤੋਂ ਉਧਾਰ ਲਿਆ ਪਿਆ ਸੀ। ਬੇਟਾ ਮੈਂ ਕੀ ਕੀਤਾ, ਜੋ ਮੇਰੇ ਕੋਲ ਐਕਸ ਪਰਸਨ ਤੋਂ ਚੈੱਕ ਆਇਆ ਉਹ ਮੈਂ ਵਾਈ ਨੂੰ ਇੰਡੋਰਸ ਕਰਤਾ। ਮਤਲਬ ਜਿਵੇਂ ਮੇਰੇ ਕੋਲ ਐਕਸ ਪਰਸਨ ਦਾ ਚੈੱਕ ਆਇਆ ਉਹ ਚੈੱਕ ਬੇਟਾ ਮੈਂ ਵਾਈ ਨੂੰ ਇੰਡੋਰਸ ਕਰਤਾ। ਤਾਂ ਬੇਟਾ ਮੈਂ ਕੈਸ਼ ਬੁੱਕ 'ਚ ਐਂਟਰੀ ਹੀ ਨਹੀਂ ਪਾਣੀ, ਕਿਉਂਕਿ ਕੈਸ਼ ਬੁੱਕ 'ਚ ਕੀ ਐਂਟਰੀ ਆਪਣੀ ਕੈਸ਼ ਬੁੱਕ 'ਚ ਕੀ ਰਿਕਾਰਡ ਹੁੰਦਾ ਹੈ, ਜਾਂ ਤਾਂ ਬੇਟਾ ਰਿਸੀਵਡ ਜਾਂ ਪੇਮੈਂਟ। ਇਹ ਤਾਂ ਬੇਟਾ ਮੇਰੇ ਕੋਲ ਨਾ ਰਿਸੀਵ ਹੋਇਆ ਨਾ ਪੇਮੈਂਟ, ਕਿਉਂਕਿ ਮੈਂ ਬਾਰੋਂ ਬਾਰ ਹੀ ਭੇਜਤਾ ਕਿ ਮੇਰੇ ਕੋਲ ਬੇਟਾ ਐਕਸ ਤੋਂ ਰਿਸੀਵ ਹੋਇਆ ਮੈਂ ਵਾਈ ਨੂੰ ਪੇਮੈਂਟ ਕਰਤੀ, ਇਹਦਾ ਨੈਟ ਇਫੈਕਟ ਤਾਂ ਜ਼ੀਰੋ ਹੀ ਹੋ ਰਿਹਾ। ਤਾਂ ਬੇਟਾ ਤੁਸੀਂ ਇਹਦੀ ਜਸਟ ਇੱਕ ਜਨਰਲ ਐਂਟਰੀ ਪਾ ਦੇਣੀ ਹੈ ਵਰਕਿੰਗ ਨੋਟ ਵਿੱਚ ਉਸਦੀ ਡੇਟ ਦੇਖ ਕੇ। ਅਗਰ ਮੰਨ ਕੇ ਚਲੋ ਬੇਟਾ ਮੈਂ ਵਾਈ ਨੂੰ ਇੰਡੋਰਸ ਕਰ ਰਿਹਾ, ਵਾਈ ਅਕਾਊਂਟ ਡੈਬਿਟ ਟੂ ਐਕਸ, ਮੇਰੇ ਕੋਲ ਮਿਲ ਕਿਸ ਕੋਲੋਂ ਰਿਹਾ ਸੀ ਐਕਸ ਕੋਲੋਂ, ਮੈਂ ਇੰਡੋਰਸ ਕਿਹਨੂੰ ਕਰ ਰਿਹਾ ਬੇਟਾ ਵਾਈ ਨੂੰ, ਤਾਂ ਵਾਈ ਅਕਾਊਂਟ ਡੈਬਿਟ ਟੂ ਐਕਸ ਪਾ ਦੇਣਾ। ਬਟ ਇਹਦੀ ਕੈਸ਼ ਬੁੱਕ ਦੇ ਵਿੱਚ ਕੋਈ ਵੀ ਤੁਸੀਂ ਇਸ ਟ੍ਰਾਂਜੈਕਸ਼ਨ ਨੂੰ ਨਹੀਂ ਰਿਕਾਰਡ ਕਰਨਾ, ਜਸਟ ਵਰਕਿੰਗ ਨੋਟ ਵਿੱਚ ਜਨਰਲ ਐਂਟਰੀ ਪਾਣੀ ਹੈ। ਠੀਕ ਹੈ ਜੀ, ਬੇਟਾ ਇੱਥੇ ਹੈ ਕਿ ਤਰੁਣ ਦਾ ਜੋ ਰਿਸੀਵ ਹੋਇਆ ਸੀਗਾ ਅਸੀਂ ਉਹ ਇੰਡੋਰਸ ਕਰਤਾ ਦਮਨ ਨੂੰ, ਕਿ ਤਰੁਣ ਤੋਂ ਰਿਸੀਵ ਹੋਇਆ ਸੀ ਅਸੀਂ ਇੰਡੋਰਸ ਕਿਹਨੂੰ ਕਰਤਾ ਦਮਨ ਨੂੰ, ਤਾਂ ਬੇਟਾ ਦਮਨ ਅਕਾਊਂਟ ਡੈਬਿਟ ਟੂ ਤਰੁਣ। ਠੀਕ ਹੈ ਜੀ, ਬੇਟਾ ਇਹ ਸਿੰਪਲ ਹੈ ਕਿ ਅਗਰ ਚੈੱਕ ਡਰਾਫਟ ਤੁਹਾਡੇ ਕਸਟਮਰ ਡਾਇਰੈਕਟਲੀ ਡਿਪੋਜ਼ਿਟ ਕਰਵਾ ਰਿਹਾ ਤਾਂ ਤੁਹਾਡਾ ਬੇਟਾ ਆਫਕੋਰਸ ਬੈਂਕ ਅਕਾਊਂਟ ਵੱਧ ਰਿਹਾ ਤਾਂ ਡੈਬਿਟ ਸਾਈਡ ਤੁਸੀਂ ਬੈਂਕ ਅਕਾਊਂਟ ਵਿੱਚ ਸ਼ੋ ਕਰ ਦੋਗੇ। ਬੇਟਾ ਅਗਰ ਤੁਹਾਡਾ ਆਪਣੇ ਕੀ ਹੈ ਬੈਂਕ ਕੋਈ ਵੀ ਚਾਰਜਿਸ ਕੱਟ ਰਿਹਾ ਕਿਸੇ ਵੀ ਰੀਜ਼ਨ ਕਰਕੇ ਤਾਂ ਤੁਹਾਡਾ ਬੈਂਕ ਦਾ ਬੈਲੈਂਸ ਬੇਟਾ ਰਿਡਿਊਸ ਹੋ ਰਿਹਾ ਹੈ, ਇੱਕ ਤਰ੍ਹਾਂ ਪੇਮੈਂਟ ਹੈ ਤਾਂ ਬੇਟਾ ਕ੍ਰੈਡਿਟ ਸਾਈਡ ਬੈਂਕ ਕੋਲਮ ਦੇ ਵਿੱਚ ਬਾਏ ਬੈਂਕ ਚਾਰਜਿਸ ਆ ਜਾਏਗਾ, ਐਂਟਰੀ ਹੋ ਜਾਏਗੀ ਬੈਂਕ ਚਾਰਜਿਸ ਅਕਾਊਂਟ ਡੈਬਿਟ ਟੂ ਬੈਂਕ। ਜਰਨਲ ਦੇਖ ਸਕਦੇ ਹੋ ਬੇਟਾ ਬੜਾ ਤੁਹਾਨੂੰ ਕਲੀਅਰਲੀ ਸਮਝਾ ਕੇ ਆਇਆ ਪਿਆ ਸੀ। ਅਗਰ ਮੰਨ ਕੇ ਚਲੋ ਬੇਟਾ ਤੁਸੀਂ ਡਬਲ ਕੋਲਮ ਬਣਾ ਰਹੇ ਹੋ, ਖਾਸ ਕਰਕੇ CBSE ਸਟੂਡੈਂਟ ਜੋ NCERT ਨੂੰ ਫੋਲੋ ਕਰ ਰਹੇ ਨੇ ਸਾਰੇ ਬੱਚੇ, ਅਗਰ ਬੇਟਾ ਤੁਸੀਂ ਡਬਲ ਕੋਲਮ ਤੁਸੀਂ ਬਣਾ ਰਹੇ ਹੋ ਕੈਸ਼ ਬੁੱਕ, ਡਬਲ ਕੋਲਮ ਵੀ ਕਿਹੜੀ ਕੈਸ਼ ਐਂਡ ਬੈਂਕ ਕੋਲਮ ਵਾਲੀ, ਨੋ ਡਿਸਕਾਊਂਟ। ਤੁਹਾਡਾ ਕੋਈ ਵੀ ਡਿਸਕਾਊਂਟ ਦੀ ਐਂਟਰੀ ਹੈ, ਚਾਹੇ ਉਹ ਡਿਸਕਾਊਂਟ ਅਲਾਊਡ ਹੈ ਚਾਹੇ ਡਿਸਕਾਊਂਟ ਰਿਸੀਵਡ ਹੈ, ਉਹ ਤੁਸੀਂ ਜਰਨਲ ਐਂਟਰੀ ਵਿੱਚ ਸ਼ੋ ਕਰਨਾ ਹੈ। ਕਿੱਥੇ ਸ਼ੋ ਕਰਨਾ ਹੈ ਬੇਟਾ ਜਰਨਲ ਐਂਟਰੀ ਵਿੱਚ। ਅਗਰ ਬੇਟਾ ਤੁਹਾਨੂੰ ਇਹ 3-4 ਗੱਲਾਂ ਖਾਸ ਕਰਕੇ ਅਗਰ ਮੈਂ ਜ਼ਿਆਦਾ ਇੰਪੋਰਟੈਂਟ ਦੀ ਗੱਲ ਕਰਾਂ ਬੇਟਾ
7 तो वैसा सारे इंपॉर्टेंट पॉइंट हैं, बट 7 8 अपना जो सेम डे डिपॉजिट नेक्स्ट डे डिपॉजिट वाला, 9th पॉइंट डिसओनर्ड वाला, 10th पॉइंट अंडोर्स वाला, अगर ਤੁਹਾਨੂੰ ਇਹ ਵਧੀਆ ਤਰੀਕੇ ਨਾਲ ਸਮਝ ਆ ਜਾਂਦੇ ਨੇ ਬੇਟਾ ਦੈਨ ਤੁਹਾਡਾ ਨਿਊਮੈਰੀਕਲ ਕਦੀ ਵੀ ਗਲਤ ਨਹੀਂ ਹੋ ਸਕਦਾ। ਬੇਟਾ ਕੁਝ ਗੱਲਾਂ ਯਾਦ ਰੱਖਣ ਵਾਲੀਆਂ ਨੇ ਨਿਊਮੈਰੀਕਲ 'ਚ ਕੰਮ ਆਉਣਗੀਆਂ ਕਿ ਜੋ ਬੇਟਾ ਕੈਸ਼ ਕੋਲਮ ਹੁੰਦਾ ਉਹਦਾ ਹਮੇਸ਼ਾ ਡੈਬਿਟ ਬੈਲੈਂਸ ਜਾਂ ਨੀਲ ਬੈਲੈਂਸ ਹੁੰਦਾ, ਉਹਦਾ ਕਦੇ ਵੀ ਕ੍ਰੈਡਿਟ ਬੈਲੈਂਸ ਨਹੀਂ ਹੁੰਦਾ। ਬੇਟਾ ਜੋ ਕੰਪੀਟੀਟਿਵ ਦੀ ਤਿਆਰੀ ਕਰ ਰਹੇ ਆ MCQ ਪਰਪਸ ਲਈ ਸੁਣ ਰਹੇ ਨੇ, ਤਾਂ ਉਹਨਾਂ ਲਈ ਵੀ ਇਹ ਬੜੇ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜਾ ਕੈਸ਼ ਕੋਲਮ ਹੁੰਦਾ ਉਹਦਾ ਕਦੀ ਵੀ ਕ੍ਰੈਡਿਟ ਬੈਲੈਂਸ ਨਹੀਂ ਹੁੰਦਾ। ਬੇਟਾ ਜਿਹਦਾ ਬੈਂਕ ਕੋਲਮ ਹੈ ਉਹਦਾ ਡੈਬਿਟ ਬੈਲੈਂਸ ਵੀ ਹੋ ਸਕਦਾ, ਅਗਰ ਤੁਹਾਡੇ ਬੈਂਕ ਵਿੱਚ ਪੈਸਾ ਹੈ ਉਹਦਾ ਕ੍ਰੈਡਿਟ ਬੈਲੈਂਸ ਵੀ ਹੋ ਸਕਦਾ ਹੈ। ਕ੍ਰੈਡਿਟ ਕਿਉਂ? ਓਵਰਡਰਾਫਟ, ਕਿ ਓਵਰਡਰਾਫਟ ਦਾ ਮਤਲਬ ਹੁੰਦਾ ਜਿਹੜਾ ਜਿੰਨਾ ਤੁਹਾਡਾ ਬੈਂਕ ਵਿੱਚ ਬੈਲੈਂਸ ਹੈ ਤੁਸੀਂ ਉਸ ਤੋਂ ਵੱਧ ਵਿਡਰੋ ਕਰਵਾ ਸਕਦੇ ਹੋ, ਸਪੈਸ਼ਲ ਕਲਾਇੰਟ ਨੂੰ ਮਿਲਦਾ। ਚਲੋ ਇਸ ਬਾਰੇ ਮੈਂ ਜ਼ਿਆਦਾ ਡਿਸਕਸ ਨਹੀਂ ਕਰਾਂਗਾ। ਤਾਂ ਬੇਟਾ ਤੁਸੀਂ ਅਗਰ ਜ਼ਿਆਦਾ ਪੈਸਾ ਵਿਡਰੋ ਕਰਵਾਇਆ ਪਿਆ ਤਾਂ ਉਸ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ? ਓਵਰਡਰਾਫਟ। ਤਾਂ ਇਹ ਤੁਹਾਡਾ ਬੈਂਕ ਦਾ ਜਿਹੜਾ ਬੈਲੈਂਸ ਹੁੰਦਾ ਬੇਟਾ ਕ੍ਰੈਡਿਟ ਵੀ ਹੋ ਸਕਦਾ, ਡੈਬਿਟ ਵੀ ਹੋ ਸਕਦਾ, ਬਟ ਕੈਸ਼ ਦਾ ਬੈਲੈਂਸ ਸਿਰਫ ਕੀ ਹੋਏਗਾ ਬੇਟਾ? ਡੈਬਿਟ। ਇੱਕ ਸਭ ਤੋਂ ਇੰਪੋਰਟੈਂਟ ਗੱਲ, ਅਗਰ ਬੇਟਾ ਤੁਹਾਡੀ ਕੈਸ਼ ਬੁੱਕ ਬੈਂਕ ਕੋਲਮ ਨਾਲ ਮੇਨਟੇਨ ਹੋ ਰਹੀ ਹੈ ਦੈਨ ਬੇਟਾ ਤੁਹਾਨੂੰ ਕੈਸ਼ ਅਕਾਊਂਟ ਬੈਂਕ ਅਕਾਊਂਟ ਲੈਜਰ ਵਿੱਚ ਓਪਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅਗਰ ਤੁਹਾਡੀ ਕੈਸ਼ ਬੁੱਕ ਬੈਂਕ ਅਕਾਊਂਟ ਨਾਲ ਵੈਰੀ ਇੰਪੋਰਟੈਂਟ MCQ ਪੁਆਇੰਟ ਆਫ ਵਿਊ ਤੋਂ, ਅਗਰ ਤੁਹਾਡੀ ਕੈਸ਼ ਬੁੱਕ ਬੈਂਕ ਕੋਲਮ ਨਾਲ ਮੇਨਟੇਨ ਹੋ ਰਹੀ ਹੈ ਦੈਨ ਤੁਸੀਂ ਕੈਸ਼ ਅਕਾਊਂਟ ਬੈਂਕ ਅਕਾਊਂਟ ਲੈਜਰ ਵਿੱਚ ਨਹੀਂ ਓਪਨ ਕਰਨਾ। ਠੀਕ ਹੈ ਬੇਟਾ। ਅੱਗੇ ਆਉਂਦਾ ਬੇਟਾ ਪੈਟੀ ਕੈਸ਼। ਇਸ ਦੇ ਬਾਰੇ ਆਪਾਂ ਨੈਕਸਟ ਲੈਕਚਰ ਵੀ ਡਿਸਕਸ ਕਰਾਂਗੇ। ਫਿਲਹਾਲ ਬੇਟਾ ਆਪਾਂ ਕੀ ਕਰਾਂਗੇ, ਕੈਸ਼ ਬੁੱਕ ਨਾਲ ਰਿਲੇਟਿਡ ਦੋ ਕੋ ਤੁਹਾਡਾ ਨਿਊਮੈਰੀਕਲ ਮੈਂ ਡਿਸਕਸ ਕਰਾਂਗਾ। ਠੀਕ ਹੈ ਜੀ। ਪੈਟੀ ਕੈਸ਼ ਦੀ ਥਿਊਰੀ ਪਲੱਸ ਇਹਦਾ ਆਪਣਾ ਜੋ ਵੀ ਨਿਊਮੈਰੀਕਲ ਹੈ ਉਹ ਆਪਾਂ ਨੈਕਸਟ ਲੈਕਚਰ ਵਿੱਚ ਬੇਟਾ ਡਿਸਕਸ ਕਰਾਂਗੇ। ਹੁਣ ਆਪਾਂ ਬੇਟਾ ਨਿਊਮੈਰੀਕਲ ਡਿਸਕਸ ਕਰਦੇ ਹਾਂ ਕੈਸ਼ ਬੁੱਕ ਦੇ। ਆ ਜਾਓ ਬੇਟਾ, ਦੇਖੋ ਫਸਟ ਆਪਾਂ ਕੀ ਕਿਹਾ ਪਿਆ, ਡਬਲ ਕੋਲਮ 2 ਕੋਲਮ ਕੈਸ਼ ਬੁੱਕ ਬਣਾਉਣੀ ਹੈ ਤਰੁਣ ਦੀ ਬੁੱਕਸ ਦੇ ਵਿੱਚ। ਕਾਨਪੁਰ ਦਾ ਬੇਟਾ ਰਹਿਣ ਵਾਲਾ ਹੈ। ਸਭ ਤੋਂ ਪਹਿਲਾਂ ਚੈੱਕ ਕਰੋ, ਦੇਖੋ ਬੇਟਾ ਕੀ ਹੈ, ਕੈਸ਼ ਇਨ ਹੈਂਡ ਐਂਡ ਓਵਰਡਰਾਫਟ। ਕੈਸ਼ ਇਨ ਹੈਂਡ ਓਵਰਡਰਾਫਟ ਬੇਟਾ ਕੈਸ਼ ਦਾ ਬੈਲੈਂਸ ਹੁਣੇ ਦੱਸ ਕੇ ਆਇਆ ਸੀ ਕੀ ਹੁੰਦਾ ਹੈ? ਡੈਬਿਟ ਬੈਲੈਂਸ ਹੁੰਦਾ ਹੈ। ਓਵਰਡਰਾਫਟ ਦਾ ਬੈਲੈਂਸ ਕੀ ਹੋਏਗਾ ਬੇਟਾ? ਕ੍ਰੈਡਿਟ ਬੈਲੈਂਸ ਹੋਏਗਾ। ਅਸੀਂ ਮੰਨ ਕੇ ਚੱਲਦੇ ਬੇਟਾ ਐਗਜ਼ਿਸਟਿੰਗ ਬਿਜ਼ਨਸ ਸੀ, ਕਿਉਂਕਿ ਕੈਸ਼ ਇਨ ਹੈਂਡ ਉਸਕੋ ਇੰਨਾ ਹੱਥ ਵਿੱਚ ਕੈਸ਼ ਹੈ ਅਤੇ ਆਪਣਾ ਕੀ ਹੈ ਇੰਨਾ ਬੈਂਕ ਵਿੱਚ ਓਵਰਡਰਾਫਟ ਹੈ, ਤਾਂ ਅਸੀਂ ਕੀ ਮੰਨ ਕੇ ਚੱਲ ਰਹੇ ਐਗਜ਼ਿਸਟਿੰਗ ਬਿਜ਼ਨਸ ਹੈ। ਤਾਂ ਬੇਟਾ ਕੀ ਹੋਏਗਾ? ਡੈਬਿਟ ਸਾਈਡ ਤੁਸੀਂ ਕੀ ਕਰੋਗੇ? ਟੂ ਬੈਲੈਂਸ ਬਰੋਡ ਡਾਊਨ। ਐਗਜ਼ਿਸਟਿੰਗ ਲਈ ਕੀ ਖੋਲਦੇ ਆਪਾਂ? ਬੈਲੈਂਸ ਬਰੋਡ ਡਾਊਨ। ਇੰਪੋਰਟੈਂਟ ਪੁਆਇੰਟ ਆ, ਪੁਆਇੰਟ ਨੰਬਰ 1 ਪੜ੍ਹ ਕੇ ਆਓ। ਕੈਸ਼ ਕੋਲਮ 'ਚ ਪਾ ਲਾਂਗੇ ਬੇਟਾ 1200। ਬਾਏ ਵਾਲੀ ਸਾਈਡ ਬੇਟਾ ਕੀ ਕਰੋਗੇ ਤੁਸੀਂ? ਬਾਏ ਬੈਲੈਂਸ ਬਰੋਡ ਡਾਊਨ। ਬੈਂਕ ਕੋਲਮ 'ਚ ਪਾ ਲਓਗੇ 15000, ਕਿਉਂਕਿ ਓਵਰਡਰਾਫਟ ਦਾ ਬੈਲੈਂਸ ਕੀ ਹੁੰਦਾ ਬੇਟਾ? ਕ੍ਰੈਡਿਟ ਬੈਲੈਂਸ ਹੁੰਦਾ। ਠੀਕ ਹੈ, ਚੈੱਕ ਕਰੋ, ਤੁਹਾਨੂੰ ਮੈਂ ਫਸਟ ਐਂਟਰੀ ਬੇਟਾ ਚੈੱਕ ਕਰਵਾ ਦੇਣਾ। ਇਹ ਦੇਖੋ ਤੁਸੀਂ ਕੀ ਕਰ ਦੋਗੇ, ਇੱਕ ਐਪਲ ਆਪਣਾ 2000 ਐਵੇਂ ਪ੍ਰੋਪਰ ਬੇਟਾ ਤੁਸੀਂ ਫੋਰਮੈਟ ਬਣਾਉਣਾ ਪਹਿਲਾਂ ਤਾਂ, ਕਿ ਇਨ ਦਾ ਬੁੱਕਸ ਆਫ ਤਰੁਣ ਕਾਨਪੁਰ 2 ਕੋਲਮ ਕੈਸ਼ ਬੁੱਕ, ਇੱਧਰ ਡੈਬਿਟ ਸਾਈਡ ਕ੍ਰੈਡਿਟ ਸਾਈਡ ਡੇਟ ਪਰਟੀਕੂਲਰ ਕੈਸ਼ ਬੈਂਕ, ਇੱਥੇ ਤੱਕ ਡੈਬਿਟ ਹੈ ਬੇਟਾ, ਅੱਗੇ ਕ੍ਰੈਡਿਟ ਹੈ, ਈਅਰ ਰੁਪਏ ਬੇਟਾ ਸਾਰਾ ਕੁਝ ਲਿਖਣਾ ਆਪਾਂ। ਉਸ ਤੋਂ ਬਾਅਦ ਬੇਟਾ ਫਸਟ ਚੈਪਟਰ ਟੂ ਬੈਲੈਂਸ ਬਰੋਡ ਡਾਊਨ। ਕੈਸ਼ ਵਿੱਚ ਆ ਗਿਆ 1200, ਬਾਏ ਬੈਲੈਂਸ ਬਰੋਡ ਡਾਊਨ ਜੋ ਓਵਰਡਰਾਫਟ ਦਾ ਸੀ ਉਹ ਕ੍ਰੈਡਿਟ ਸਾਈਡ ਕੀ ਆ ਗਿਆ ਬੇਟਾ? 15000। ਅੱਗੇ ਆ ਜਾਓ ਬੇਟਾ, ਦੇਖੋ ਬੇਟਾ ਕੈਪੀਟਲ ਇੰਟਰੋਡਿਊਸ ਕਰ ਰਿਹਾ ਹੈ 20,000 ਆਊਟ ਆਫ ਵਿਚ 60,000 ਬਾਈ ਚੈੱਕ ਐਂਡ ਡਿਪੋਜ਼ਿਟ ਇਨ ਟੂ ਬੈਂਕ। ਇੱਕ ਤਰ੍ਹਾਂ ਸੇਮ ਡੇ ਡਿਪੋਜ਼ਿਟ ਹੈ, ਤਾਂ ਸੇਮ ਡੇ ਡਿਪੋਜ਼ਿਟ ਦਾ ਚੈੱਕ ਇਨ ਹੈਂਡ ਦਾ ਕੋਈ ਫੰਡਾ ਵੀ ਨਹੀਂ ਸੀਗਾ, ਤਾਂ ਬੇਟਾ 20,000 ਇੰਟਰੋਡਿਊਸ ਕਰ ਰਿਹਾ ਹੈ, ਜਿਸ 'ਚੋਂ 16,000 ਉਹਦਾ ਬੈਂਕ ਨਾਲ ਚੈੱਕ ਨਾਲ ਹੈ, 4,000 ਕੈਸ਼ ਹੋਏਗਾ। ਤਾਂ ਬੇਟਾ ਸਿੰਪਲ ਤੁਸੀਂ ਕੀ ਕਰੋਗੇ, ਜਦੋਂ ਕੈਪੀਟਲ ਇੰਟਰੋਡਿਊਸ ਕਰਦਾ ਆਪਣੀ ਕੀ ਐਂਟਰੀ ਹੁੰਦੀ ਹੈ? ਅਗਰ ਕੈਸ਼ ਵਿੱਚ ਹੈ ਕੈਸ਼ ਅਕਾਊਂਟ ਡੈਬਿਟ, ਬੈਂਕ ਅਕਾਊਂਟ ਡੈਬਿਟ ਟੂ ਕੈਪੀਟਲ। ਵੈਸੇ ਵੀ ਬੇਟਾ ਬੈਲੈਂਸ ਵੱਧ ਰਿਹਾ, ਰਿਸੀਪਟ ਹੈ ਬਿਜ਼ਨਸ ਦੀ, ਤਾਂ ਅਸੀਂ ਉਰੇ ਪਾਵਾਂਗੇ ਬੇਟਾ ਟੂ ਕੈਪੀਟਲ। ਕੈਸ਼ ਵਿੱਚ ਪਾ ਦਾਂਗੇ 4,000, ਬੈਂਕ ਵਿੱਚ ਪਾ ਦਾਂਗੇ 16,000, ਕਿ ਜਿੰਨਾ ਬੈਂਕ ਦਾ ਅਤੇ ਜਿੰਨਾ ਕੈਸ਼ ਦਾ। ਠੀਕ ਹੈ ਜੀ, ਚੈੱਕ ਕਰ ਸਕਦੇ ਹੋ ਵਨਸ ਅਗੇਨ ਤੁਸੀਂ ਕਿ ਤੁਸੀਂ ਕੀ ਕਰੋਗੇ, ਆਪਣਾ ਕੈਸ਼ ਵਿੱਚ ਪਾ ਦੋਗੇ 4,000, ਬੈਂਕ ਵਿੱਚ ਕਿੰਨਾ ਪਾ ਦੋਗੇ ਤੁਸੀਂ? 16,000। ਬੇਟਾ ਅੱਗੇ ਚੱਲਦੇ ਹਾਂ ਆਪਾਂ। 4 ਅਪ੍ਰੈਲ ਨੂੰ ਕੀ ਹੋਇਆ ਬੇਟਾ? ਤੁਸੀਂ ਪਰਚੇਜ਼ ਗੁਡਸ ਫਰੋਮ ਸ਼ਾਮ ਲਖਨਊ CGST ਇੰਨਾ, SGST ਦਾ ਅਮਾਊਂਟ ਵਾਸ ਪੇਡ ਬਾਈ ਚੈੱਕ। ਬੇਟਾ ਕੋਈ 3,000 ਤੁਸੀਂ ਉਹਨੇ ਪਰਚੇਜ਼ ਕੀਤਾ, ਜਿਸ ਦੇ ਉੱਪਰ CGST ਇੰਨਾ ਲੱਗਿਆ, SGST ਲੱਗਿਆ, ਪਲੱਸ ਉਹਨੂੰ ਟ੍ਰੇਡ ਡਿਸਕਾਊਂਟ ਮਿਲ ਗਿਆ, ਅਤੇ ਜੋ ਵੀ ਇਹ ਪੇਮੈਂਟ ਹੈ ਬੇਟਾ ਚੈੱਕ ਨਾਲ ਕਰ ਰਿਹਾ। ਤਾਂ ਬੇਟਾ ਮੈਂ ਕਿਹਾ ਸੀ ਕੋਈ ਵੀ ਪੇਮੈਂਟ ਹੋਏਗੀ ਉਹ ਕਿਹੜੀ ਸਾਈਡ ਆਏਗੀ? ਕ੍ਰੈਡਿਟ ਸਾਈਡ। ਅਗਰ ਤੁਸੀਂ ਜਰਨਲ ਐਂਟਰੀ ਪਾਓ ਅਤੇ ਲੈਜਰ ਪੋਸਟਿੰਗ ਕਰੋ ਤਾਂ ਵੀ ਬੇਟਾ ਉਹ ਕ੍ਰੈਡਿਟ ਸਾਈਡ ਆਏਗੀ। ਅਗਰ ਸਿੰਪਲ ਸੋਚਣਾ ਕੋਈ ਵੀ ਪੇਮੈਂਟ ਹੈ ਕ੍ਰੈਡਿਟ ਸਾਈਡ, ਬਾਏ ਚੈੱਕ ਹੋ ਰਹੀ ਹੈ ਤਾਂ ਬੇਟਾ ਕੀ ਕਰਾਂਗੇ? ਬੈਂਕ ਨਾਲ ਆਏਗੀ, ਆਪਣੀ ਬੈਂਕ ਕੋਲਮ 'ਚ ਆਏਗੀ,
तो आप देखो चेक करते हैं, आ जाओ बेटा। देखो बेटा थोड़ा बाय परचेज पाया 3000 अमाउंट से की बेटा, थोड़ा अपना ट्रेड डिस्काउंट से ट्रेड डिस्काउंट माइनस किया, थोड़ा 2800 रह गया। CGST SGST बेटा चार्ज करता अपना किन्ना से, CGST SGST चेक कर लाने आप। थोड़ी अमाउंट सी बेटा 3000, CGST SGST 6% सीगा, ट्रेड डिस्काउंट बेटा 200 सी। आ जाओ आप देखते हैं। देखो अगे बेटा अपना अगली ट्रांजैक्शन चेक करते हैं बेटा। वंस अगेन 4 अप्रैल कह रहा है गुड्स परचेज की कैश, CGST SGST 6%, नो ट्रेड डिस्काउंट। बेटा इधर कैश कॉलम च की आ जाएगा बाय परचेजिस, ठीक है जी। जिन्ना तो 4000 है बेटा, 4000 उपर तुम 6% लगा दोगे 240, तो बेटा 240 थोड़ा CGST SGST तो 4000 थोड़ा उस दे विच आ जाएगा बेटा कैश दे विच। चेक कर सकते हो, देखो बेटा 4000 240 240, ठीक है जी। तो बेटा अपनी 4000 की परचेज की सी, बट कैश है थोड़ा अगे 6% CGST SGST जो असी लगाता, इस भी कोई भी ट्रेड डिस्काउंट नहीं सी, इस करके बेटा असी माइनस नहीं किया। उस तो बाद बेटा चेक करो सोल्ड गुड्स टू मोहन ऑन क्रेडिट। मैं पहला ही बेटा तुहानूं दस चुका कि थोड़ी क्रेडिट ट्रांजैक्शन तो बुक्स भी रिकॉर्ड ही नहीं होनी, दैन बेटा ये थोड़ी कैश बुक भी रिकॉर्ड ही नहीं होनी। याद रखना बेटा बच्चे बहुत गलती कर देंगे हैं, इसनों रिकॉर्ड कर देंगे ने, तो सम बेटा सारा गलत हो जाता थोड़ा। अगे आ जाओ बेटा, रिसीव चैक किया फ्रॉम राकेश 2450 का 50 डिस्काउंट है। बेटा हम रिसीव कर रहे हो, थोड़ा बैलेंस वध रहा है, 2450 का रिसीव कर रहे हो, डिस्काउंट तो 50 मिल रहा है। बेटा तुसी की है डैबिट साइड बैंक कॉलम दे विच तुसी की करोगे अपना 2450 की कर दोगे चैक इन हैंड, क्योंकि असी ये सेम डे डिपोजिट नहीं करवा रहे, तो असी इसनों की कर देंगे चैक इन हैंड। थले बेटा आप जनरल एंट्री पावांगे, ये देखो चैक इन हैंड अकाउंट डेबिट 2450, डिस्काउंट कितना सी इन्हों अलाउ कर रहे हैं 50, टू राकेश 2500 कि राकेश तो बेटा 2500 रुपया लेना सी, 2450 साडा चैक इन हैंड, असी ये डिपोजिट नहीं करवाया, साडे हत्थ विच है। असी इसनों डिस्काउंट कितना अलाउड किया 50, साडा एक्सपेंस है, असी तां डेबिट किया, जर्नल कर सकते हो चैप्टर तुसी। तो बेटा असी थले वर्किंग नोट विच जर्नल एंट्री शो कर देनी है उसी डेट की, असी अपने वर्किंग नोट विच उसी डेट की बेटा जर्नल एंट्री शो कर देनी है। अगर तो बेटा हुण की है जेड़ा तुहाडा अपना असी रिसीव किया है, किस तो चैक रिसीव किया सीगा अपना राकेश तो, चैक करो असी राकेश तो चैक रिसीव किया है, तो असी इहनूं नैक्सट डे डिपोजिट करवा रहे हैं। देखो बेटा हर गल आ गई, थोड़ी इंपोर्टेंट पॉइंट एक डिस्काउंट वाली गल लिखा के आया सीगा, डिस्काउंट वाली गल कि असी थल्ले जनरल एंट्री पानी है, असी वो जनरल एंट्री पाती, फिर तो करवाया सी अगर सेम डे डिपोजिट नहीं करवाई है तो नैक्सट डे डिपोजिट करवाना है। तो पहला असी एंट्री पावांगे चैक इन हैंड अकाउंट डेबिट टू राकेश, चैक इन हैंड अकाउंट जो नैक्सट डे डिपोजिट करवा रहा 10 अप्रैल को, दैन बेटा अपनी एंट्री होंगी है बैंक अकाउंट डेबिट टू चैक इन हैंड, जो कि थोड़ी कैश बुक च आ जाएगी। डेबिट साइड तुम 2 चैक इन हैंड पा के बेटा 2450 पा दोगे। आप सारा कुछ ऊपर डिस्कस कर रहे हैं ऑलरेडी। देखो 10 अप्रैल को बेटा तुम 2 चैक इन हैंड पा के 2450 पा दोगे, ठीक है जी। पहला तुसी की किया बेटा अपना जनरल एंट्री पाई, दैन तुसी उस चैक इन हैंड अपना 10 अप्रैल को तुसी की कराता बेटा अपना डिपोजिट करवाता। 6 अप्रैल को तुसी जनरल एंट्री पाई, 10 अप्रैल को तुसी किया उसको डिपोजिट करवाता, क्योंकि 6 अप्रैल को तुसी डिपोजिट सेम डे नहीं करवाया सीगा। अगे आ जाओ बेटा, सैटल द तेज प्रिंटर बाय पेइंग कैश, सिंपल बेटा कैश पे कर रहे हैं, क्रेडिट साइड बाय तेज प्रिंटर पा के कैश विच पा दोगे तुसी, क्योंकि पैसा घट रहा है। बेटा कैश रिसीव तुसी कर रहे हो मोहन तो अपना 4570 इन फुल सैटलमेंट 5000, बेटा बैलेंस वध रहा है, वंस अगेन तुसी 2 मोहन पा के कैश दे विच पा दोगे बेटा, जो तुहाडा डिस्काउंट है उसकी एंट्री पा दोगे। थोनों दिखा देना जो भी नवी चीज़ होगी बेटा तो नाम ना दिखाऊंगा। देखो तुसी अपना कैश विच पा देना 2 मोहन 4750, तो बेटा जो यदि डिस्काउंट की एंट्री होएगी जिमें अपना देखो डिस्काउंट अलाउड टू मोहन, किन्ने का डिस्काउंट अलाउड कर रहे हैं असीं 250 का, वो तुसी अपना थले जनरल एंट्री पा देनी है। जिमें बेटा तेज प्रिंटर का भी 70 डिस्काउंट, मतलब जिसका भी थोड़ा डिस्काउंट होएगा बेटा वो जनरल एंट्री, सिंपल अमाउंट तुसी बेटा ऊपर कैश बुक भी शो करनी है। अगे आ जाओ बेटा, बेटा रिसीव 1000 फ्रॉम द परम हुज अकाउंट 2000 वा रिटर्न ऑफ बैड डेट अर्लीयर, बेटा तुहानूं जो ऑलरेडी बैड डेट कर चुके सी उन्होंने तो पैसा रिसीव हो रहा है। दैन बेटा असीं एंट्री की पावांगे
ਕੈਸ਼ ਅਕਾਊਂਟ ਡੈਬਿਟ ਨੋਟ ਬੈਡ ਆਪਣਾ ਪਰਮ, ਤੁਸੀਂ ਪਾਓਗੇ ਬੇਟਾ ਕੈਸ਼ ਅਕਾਊਂਟ ਡੈਬਿਟ ਟੂ ਬੈਡ ਡੈਟ ਰਿਕਵਰਡ, ਤਾਂ ਪੈਸਾ ਬੇਟਾ ਆ ਰਿਹਾ ਰਿਸੀਵਡ ਹੈ, ਤਾਂ ਤੁਸੀਂ ਉਰੇ ਕੀ ਪਾ ਦੋਗੇ ਟੂ ਬੈਡ ਡੈਟ ਰਿਕਵਰਡ ਕੈਸ਼ ਕੋਲਮ 'ਚ। ਠੀਕ ਹੈ ਜੀ, ਅੱਗੇ ਆ ਜਾਓ ਬੇਟਾ ਰਿਸੀਵ ਫਰੋਮ ਮੁਰਲੀ ਔਨ ਬਿਹਾਫ ਆਫ ਮਨੋਹਰ, ਬੇਟਾ ਪੈਸਾ ਤੁਹਾਡੇ ਕੋਲ ਆ ਰਿਹਾ ਹੈ, ਤੁਸੀਂ ਕੀ ਕਰੋਗੇ ਕੈਸ਼ ਅਕਾਊਂਟ ਵਿੱਚ ਪਾ ਦੋਗੇ ਤੁਸੀਂ ਟੂ ਮਨੋਹਰ ਨੋਟ ਮੁਰਲੀ, ਬੇਟਾ ਜਿਸ ਦੇ ਬਿਹਾਫ 'ਤੇ ਰਿਸੀਵ ਹੋ ਰਿਹਾ ਤੁਸੀਂ ਉਸ ਦਾ ਨੇਮ ਪਾਣਾ ਹੈ, ਤਾਂ ਪੈਸਾ ਆ ਰਿਹਾ ਰਿਸੀਵਡ ਸਾਈਡ ਹੈ ਤਾਂ ਬੇਟਾ ਕੈਸ਼ ਅਕਾਊਂਟ 'ਚ ਪਾ ਦੋਗੇ। ਠੀਕ ਹੈ ਜੀ, ਤੁਹਾਨੂੰ ਮੈਂ ਦੋਨਾਂ ਦੀ ਐਂਟਰੀ ਦਿਖਾ ਦਿੰਦਾ। ਇਹ ਦੇਖੋ ਬੇਟਾ ਇੱਕ ਤਾਂ ਬੈਡ ਡੈਟ ਰਿਕਵਰ 1000, ਉਰੇ ਆਪਾਂ ਮਨੋਹਰ ਪਾਣਾ ਜਿਹਦੇ ਬਿਹਾਫ 'ਤੇ ਰਿਸੀਵ ਹੋ ਰਿਹਾ, ਜਿਸ ਤੋਂ ਰਿਸੀਵ ਹੋ ਰਿਹਾ ਉਹ ਨਹੀਂ ਪਾਵਾਂਗੇ, ਜਿਹਦੇ ਬਿਹਾਫ 'ਤੇ ਬੇਟਾ ਰਿਸੀਵ ਹੋ ਰਿਹਾ। ਅੱਗੇ ਆ ਜਾਓ ਬੇਟਾ ਕੋਈ ਬੇਟਾ ਚੈੱਕ ਰਿਸੀਵ ਹੋਇਆ ਸੀ, ਇਹ ਵੀ ਇੰਪੋਰਟੈਂਟ ਪੁਆਇੰਟਸ ਵਾਲੀ ਆਪਣੀ ਵੈਰੀ ਇੰਪੋਰਟੈਂਟ ਆ ਗਈ 8000 ਮੁਕੇਸ਼ ਤੋਂ, ਜੋ ਕਿ ਅਸੀਂ ਇੰਡੋਸ ਕਰਤਾ ਨੀਤੀ ਨੂੰ। ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਆਇਆ ਬੇਟਾ ਇਹਨੂੰ ਕੈਸ਼ ਬੁੱਕ ਵੀ ਨਹੀਂ ਰਿਕਾਰਡ ਕਰਨਾ, ਇਹਦੀ ਜਸਟ ਤੁਸੀਂ ਇੱਕ ਜਰਨਲ ਐਂਟਰੀ ਪਾ ਦੋਗੇ ਨਿਤਿਨ ਅਕਾਊਂਟ ਡੈਬਿਟ ਟੂ ਮੁਕੇਸ਼, ਨਿਤਿਨ ਅਕਾਊਂਟ ਡੈਬਿਟ ਟੂ ਮੁਕੇਸ਼, ਨਿਤਿਨ ਰਿਸੀਵਰ ਹੈ ਮੁਕੇਸ਼ ਗਿਵਰ ਹੈ, ਤੁਸੀਂ ਇਸ ਨੂੰ ਆਪਣੀ ਕੈਸ਼ ਬੁੱਕ ਦੇ ਵਿੱਚ ਨਹੀਂ ਰਿਕਾਰਡ ਕਰੋਗੇ ਬੇਟਾ। ਅੱਗੇ ਆਉਂਦਾ ਬੇਟਾ ਸੋਲਡ ਓਲਡ ਫਰਨੀਚਰ 700 ਦਾ ਪੇਮੈਂਟ ਕੈਸ਼ ਰਿਸੀਵ ਹੋ ਰਹੀ ਹੈ, CGST SGST ਹੈ ਬੇਟਾ, ਤੁਹਾਨੂੰ ਪੇਮੈਂਟ ਰਿਸੀਵ ਹੋ ਰਹੀ ਹੈ, ਕੋਈ ਵੀ ਰਿਸੀਵ ਹੋਏਗਾ ਡੈਬਿਟ ਸਾਈਡ ਕੀ ਪਾਓਗੇ ਬੇਟਾ ਟੂ ਫਰਨੀਚਰ ਕੈਸ਼ ਵਿੱਚ ਪਲੱਸ ਆਪਣਾ 700 ਉੱਪਰ ਤੁਸੀਂ CGST SGST ਲਗਾ ਦੋਗੇ 6%, ਉਹ ਆਏਗਾ ਬੇਟਾ ਆਪਣਾ 42, 700 ਦਾ 6% ਕਿੰਨਾ ਆ ਜਾਏਗਾ 42, ਆ ਚੈੱਕ ਕਰ ਸਕਦੇ ਹੋ ਤੁਸੀਂ। ਡੈਬਿਟ ਸਾਈਡ 700 ਜੋ ਤੁਹਾਡਾ CGST SGST ਹੈ, ਕੋਈ ਜਿਹੜਾ ਸੀਲ ਕਰਨ ਲੱਗੇ ਆਊਟਪੁੱਟ ਹੁੰਦਾ, ਜਨਰਲ ਚੈਪਟਰ ਦੇਖੋ ਪਰਚੇਜ਼ ਕਰਨ ਲੱਗੇ ਇਨਪੁੱਟ ਹੁੰਦਾ, ਤੁਸੀਂ 700 42 CGST SGST ਲਗਾ ਦੋਗੇ। बेटा विड्रॉन फ्रॉम बैंक, लो जी फिर इंपॉर्टेंट पॉइंट बेटा मैं इस क्वेश्चन सारे इंपॉर्टेंट पॉइंट डिस्कस किए ने थोड़े, ये थोड़ी कॉन्ट्रा एंट्री आ गई बेटा। एंट्री की होंगी है कैश अकाउंट डेबिट टू बैंक, तो बेटा डेबिट साइड तुसी पाओगे कैश कोलम विच टू बैंक पा के, क्रेडिट साइड पाओगे बेटा तुसी अपना बाय कैश पा के बैंक कोलम विच। थोनू मैं समझा के आया सी ऊपर कॉन्ट्रा एंट्री, देखो कैश अकाउंट डेबिट टू बैंक, ये देखो बेटा उरे टू बैंक पा के कैश कोलम, उरे बाय कैश पा के बैंक कोलम, क्योंकि बेटा कैश का कोलम वध रहा रिसीवड है, बैंक का कोलम घट रहा पेमेंट है, कोई बैंक विचों पैसा निकल रहा सी नाल असीं डोनेट करना, तुहानूं दस के असीं डैट इज़ अ कॉन्ट्रा एंट्री बेटा। अगे आ जाओ बेटा, बेटा तुसीं बैंक विच हाउस होल्ड एक्सपेंस ते अपने इनकम टैक्स लिए पैसा कढा रहे हो, वंस अगेन पर्सनल एक्सपेंस है, पर्सनली तुहाडा खुलदा बेटा अकाउंट ड्राइंग टू बैंक, तब एक तरह थोड़ा बैंक का बैलेंस घट रहा पेमेंट है, तो क्रेडिट साइड रिकॉर्ड करोगे बेटा बाय ड्राइंग अप पा के बेटा बैंक कोलम दे विच। बेटा एक किसी बंदे तो 400 लैना सी, उस तो 60 पैसा इन्ना रुपये मतलब 60% रिसीव होए, बेटा कोई बंदा इंसोलवेंट हो गया उस को साढ़े की है 60% रिसीव होए, मतलब 40% थोड़े बैड डेट हो गए, मतलब बेटा 400 का थोड़ा 40% की हो गया बैड डेट, मतलब 160 थोड़े बेटा की हो गए बैड डेट। तो बेटा पैसे तो अपन रिसीव हो रहा असीं डेबिट साइड पावांगे, पहला तो एक गल ये याद रखना बेटा इसकी एंट्री की होंगी है कैश अकाउंट डेबिट, बैड डेट अकाउंट डेबिट टू परसन का नाम जिन्ना तुहानूं रिसीव हो रहा है, तुहानूं कितना रिसीव हो रहा है बेटा 60%, तो 240 तुहानूं रिसीव हो रहा है, तो बेटा तुसीं डेबिट साइड पाओगे टू सुंदरा, अपना कैश अकाउंट दे विच पा दोगे अपना 240, चैक करो आ देखो बेटा टू सुंदरा पा के तुसीं कैश अकाउंट की पा दोगे 240। बेटा तुहानूं मैं पहला कह के आया सी जिहड़ा टोटल कैश बुक है वो जनरल एंड लैजर दे बेस है, ठीक है जी। उस तो बाद आंदा बेटा अपना रिसीव्ड रीपेमेंट ऑफ अ लोन एडवांस टू अराउंड 3000 डिपोजिटेड आउट ऑफ 2500 इनटू बैंक, बेटा असीं राम नूं कोई उधार दिता सी 3000 उस कोलों रिसीव होए ने, जिहदे विचों असीं 2500 बैंक दे विच डिपोजिट करवाता है। ये देखो बेटा वंस अगेन तुहानूं पैसा रिसीव हो रहा है, ਤੁਹਾਨੂੰ पैसा रिसीव हो रहा है ਜਿਹੜਾ ਤੁਸੀਂ बैंक ਦੇ ਵੀ डिपोजिट करवाता है, ਉਹਦੀ ਦਾ बेटा ਤੁਹਾਡੀ पै जाएगी अपनी कॉन्ट्रा एंट्री, ਉਹਦੀ ਤੁਹਾਡੀ ਕੀ ਪੈ ਜਾਏਗੀ ਤੁਹਾਡੀ ਆਪਣੀ कॉन्ट्रा एंट्री। ਪਹਿਲਾਂ ਇੱਕ ਗੱਲ ਤੁਸੀਂ ਇਹ ਧਿਆਨ ਰੱਖੋ, ਪਹਿਲਾਂ ਤੁਸੀਂ ਜੋ ਤੁਹਾਨੂੰ 3000 ਰਿਸੀਵ ਹੋਇਆ ਤੁਸੀਂ ਪਹਿਲਾਂ ਉਹ ਤੁਸੀਂ ਪੂਰਾ ਪਾਣਾ ਕੈਸ਼ ਦੇ ਵਿੱਚ, ਜਿਹੜਾ ਤੁਹਾਨੂੰ ਬੇਟਾ 3000 ਰਿਸੀਵ ਹੋਇਆ ਉਹ ਤੁਸੀਂ ਪੂਰਾ ਕਿੱਥੇ ਪਾਣਾ ਕੈਸ਼ ਦੇ ਵਿੱਚ। ਬੇਟਾ ਜਿਹੜਾ ਤੁਹਾਡਾ ਉਹ 2500 ਉੱਚੋਂ ਤੁਸੀਂ डिपोजिट करवाया ਉਹ ਕਿਉਂਕਿ ਸੇਵ ਉਹ ਜਿਹੜਾ ਤੁਹਾਡਾ बेटा ਤੁਸੀਂ डिपोजिट करवाया है ਉਹਦੀ एंट्री आ जाएगी बैंक अकाउंट डेबिट टू कैश लाइक अ कॉन्ट्रा। दोबारा सुनना बेटा, कोई परसन सी राम जिसनों ਅਸੀਂ ਉਧਾਰ ਦਿੱਤਾ ਵੈਸੇ ਉਹ 3000 ਰਿਸੀਵ ਹੋਇਆ, ਅਸੀਂ ਰਿਸੀਵ ਕਰ ਲਿਆ, ਕਹਿੰਦੇ ਉਸ ਵਿੱਚੋਂ 2500 बैंक ਵੀ डिपोजिट करवाते, तो एंट्री हो जाएगी बैंक टू कैश कॉन्ट्रा एंट्री। तो वंस अगेन बेटा बैंक का बैलेंस वध रहा डेबिट साइड, कैश का बैलेंस घट रहा क्रेडिट साइड, कॉन्ट्रा नाल ਅਸੀਂ ਨੂੰ ਕੀ ਕਰ ਦਾਂਗੇ सी ਦੇ ਨਾਲ ਅਸੀਂ डोनेट कर देंगे।
बेटा अगे की आंदा देखो इंटरस्ट डैबिटेड बाय द बैंक। बेटा हुण देखो इंटरस्ट डैबिटेड बाय द बैंक ਤੁਹਾਨੂੰ ਮੈਂ ਕੀ ਕਿਹਾ ਸੀਗਾ बेटा या तक ਤੁਹਾਡਾ ਕੀ ਹੈ ਡੈबिटेड मतलब कि उन्होंने ਤੁਹਾਡੇ अपने पैसे ਕੱਟ ਲਏ। अगर बेटा ਤੁਹਾਡੇ पैसे ਕੱਟ ਲਏ ਤਾਂ वंस अगेन ਤੁਹਾਡੀ पेमेंट है ਤਾਂ ਤੁਹਾਡਾ ਕ੍ਰੈਡਿਟ ਸਾਈਡ ਆ ਜਾਏਗਾ ਬਾਈ ਇੰਟਰਸਟ। ਅਗਰ ਉਹ ਕ੍ਰੈਡਿਟ ਕਰੇ ਤਾਂ ਤੁਹਾਡੇ ਉਹ ਖਾਤੇ 'ਚ बेटा ਅਕਾਊਂਟ ਵਿੱਚ ਪੈਸੇ ਪਾ ਰਿਹਾ ਦੈਨ ਉਸਨੇ ਡੈਬਿਟ ਸਾਈਡ ਆਣਾ ਸੀਗਾ। लास्ट बेटा वेरी वेरी इंपॉर्टेंट डिपॉजिट विद द बैंक बैलेंस आफ्टर रिटेनिंग 2000 एट ऑफिस या अपना कैश इन हैंड कि जिन्ना ਤੁਹਾਡੇ ਕੋਲ कैश बचता है बेटा उस 2000 रख के बाकी सारा ਦਾ ਸਾਰਾ ਤੁਸੀਂ डिपॉजिट करवा दो। बेटा ਆਪਾਂ ਕੀ ਕਰਾਂਗੇ ਸੁਣੋ ਮੇਰੀ ਗੱਲ देखो जिन्ना ਆਪਾਂ ਨੂੰ ਰਿਸੀਪਟ ਹੋਇਆ ਰਿਸੀਪਟ ਕਿਹੜੀ ਸਾਈਡ ਸੀ ਆਪਣੀ ਡੈਬਿਟ ਸਾਈਡ ਤੁਸੀਂ ਇਹਨਾਂ ਸਾਰਿਆਂ ਦਾ ਟੋਟਲ ਕਰ ਲਓਗੇ 1200 4000 4750 40 ਸਾਰਿਆਂ ਦਾ ਤੁਸੀਂ बेटा ਟੋਟਲ ਕਰ ਲਓਗੇ ਦੀ ਐਂਡ ਤੱਕ। बेटा ਜਦੋਂ ਤੁਸੀਂ ਟੋਟਲ ਕਰ ਲਿਆ ਇਸ ਟੋਟਲ ਵਿੱਚੋਂ बेटा ਜਿੰਨਾ ਤੁਹਾਡਾ ਕੈਸ਼ ਹੈ ਜੋ ਤੁਸੀਂ ਪੇਮੈਂਟ ਕੀਤੀਆਂ ਨੇ ਇਹ ਤੁਸੀਂ ਸਾਰੀਆਂ बेटा ਮਾਈਨਸ ਕਰ ਦੋਗੇ। ਇਹ ਸਾਰੀਆਂ ਤੁਸੀਂ ਕੀ ਕਰ ਦੋਗੇ बेटा ਮਾਈਨਸ ਕਰ ਦੋਗੇ A to Z ਜਿੰਨੀਆਂ ਕੈਸ਼ ਕੋਲਮ 'ਚ ਆ ਰਹੀਆਂ ਨੇ। ਜਦੋਂ बेटा ਤੁਸੀਂ ਮਾਈਨਸ ਕਰ ਦੋਗੇ ਜਿੰਨਾ ਤੁਹਾਡੇ ਕੋਲ ਬੈਲੈਂਸ ਬਚੇਗਾ ਦੇਖੋ 18174 ਵਿੱਚੋਂ जो कैश का उनका डेबिट बैलेंस है उच्चों कैश का उनका क्रेडिट बैलेंस सारा माइनस कर दोगे। उरे वर्किंग नोट बनया होएगा आप चेक करते हैं आ देखो बेटा डेबिट बैलेंस कितना है असी 18174 और जिन्ना क्रेडिट साइड असी पेमेंट की वो असी सारियां माइनस कर देंगे। मेरे को बैलेंस बचे 8514 पहला बच्चों तुहानूं क्लीयर होना चाहिए 8514 है कि बेटा 8514 है जो मेरी पॉकेट दे विच बिजनेस दे ऑफिस दे विच वो कैश विच उन्हां दे हत्थ विच रह गया। थोड़े को रिसीवड इन्ना होया सी बेटा कितनी कॉमन सेंस है इन्नी तुसी पेमेंट की क्रेडिट साइड तो थोड़े हाथ में 8514 रह गया। बेटा लास्ट ट्रांजैक्शन की कहता 2000 रख के तुसी अपना वैसे बेटा 8514 नहीं रहा सी थोड़ा रहा सी बेटा 8514 नहीं रहा सी थोड़ा 10514 रहा सी क्योंकि उरे असी 2000 भी माइनस करता इन्हू रोक दो थोड़े को 10514 रहा सी। दोबारा सुनना बेटा तुसी की है 1874 जो ਤੁਹਾਨੂੰ ਰਿਸੀਪਟ ਹੋਇਆ ਤੁਸੀਂ ਇਹ ਸਾਰੀਆਂ ਪੇਮੈਂਟ ਮਾਈਨਸ ਕਰ ਦੇਣੀ ਹੈ 2000 ਦਾ ਜੇ ਬੁੱਕ ਵਾਲਾ ਹੈ ਇੱਥੇ ਤੱਕ ਤਾਂ ਤੁਹਾਡੇ ਕੋਲ ਬਚੇਗਾ बेटा 10514। ਹੁਣ बेटा ਕਹਿੰਦੇ 10514 ਜੋ ਤੁਹਾਡੇ ਕੋਲ ਕੈਸ਼ ਇਨ ਹੈਂਡ ਬਚ ਗਿਆ ਉਹਦੇ ਚੋਂ 2000 ਆਪਣੇ ਕੋਲ ਰੱਖੋ ਬਾਕੀ ਸਾਰਾ ਡਿਪੋਜ਼ਿਟ ਕਰਵਾ ਦਿਓ ਕੈਸ਼ ਨਹੀਂ ਰੱਖਣਾ। ਤਾਂ ਅਸੀਂ बेटा ਇਹ ਚੋਂ 2000 ਮਾਈਨਸ ਕਰਾਂਗੇ मतलब ਅਸੀਂ ਡਿਪੋਜ਼ਿਟ ਕਿੰਨਾ ਕਰਵਾਉਣਾ ਫਿਰ 8514 ਤਾਂ ਅਸੀਂ 8514 ਦੀ ਐਂਟਰੀ ਪਾ ਦਾਂਗੇ ਕੋਂਟਰਾ बैंक अकाउंट डेबिट टू कैश बैंक का बैलेंस वध रहा डेबिट साइड कैश का बैलेंस घट रहा क्रेडिट साइड 8514 किमें आया दोबारा मेरी गल सुन लो 18174 जो तुहानूं रिसीव होया माइनस करोगे बेटा सारियां पेमेंटा थोड़ा बचेगा अपना 10514 बेटा ये असी 2000 रख के बाकी सारा डिपॉजिट करवा देना है 2000 माइनस करांगे 8514 तुसी की करोगे बेटा डिपॉजिट करवा दोगे। ठीक है जी दैन बेटा थोड़ा आटोमैटिकली 2000 ही आंसर आएगा। तो बेटा बैंक बैलेंस का एवं तुसी कैरी डाउन करना है डेबिट वाला सारा प्लस करना है उस चो क्रेडिट वाला सारा माइनस कर देना है थोड़ा आंसर आ जाएगा अपना 6453 बेटा ये थोड़ा 2000 आंसर है। तो बेटा तुसी ये भी देखा होना आप की गल्लां दा ध्यान रखना है एक तो नाल जर्नल एंट्री पानी है मेन काउंटर एंट्री का ध्यान रखना है उस तो इंपोर्टेंट गल एक एंडोर्स वाली एंट्री का ध्यान रखना है एंड एक इंपोर्टेंट कि थोड़ा चैक रिसीव कदों होया कदों डिपॉजिट करवा रहे हो अगर तो सेम डे डिपॉजिट करवा रहे हो नो प्रॉब्लम अगर नैक्सट डे डिपॉजिट करवा रहे हो जिस दिन रिसीव होया उस दिन एंट्री चैक इन हैंड जिस तो रिसीव होया जो डिपॉजिट करवा रहे हो फिर अपना कैश बुक में चैक इन हैंड अकाउंट डेबिट टू बैंक क्लीयर होया बेटा एक एग्जाम्पल थोड़ी ये है ये तुहानूं PDF मिल जाएगी बेटा टैलीग्राम ग्रुप ज्वाइन करो साडा थोड़ा डिस्क्रिप्शन भी लिंक है उहदे विच तुहानूं PDF अपनी ये मिल जाएगी। एक थोड़ी एग्जाम्पल होर है जो तुसीं अपनी प्रैक्टिस कर सकते हो अगर तुहानूं कैश बुक दे विच कोई भी डाउट आंदा बेटा ये देखो एक एग्जाम्पल हो रहा है वैसे मैं स्लो अगे भी कर रहा अगर बच्चे ने स्क्रीनशॉट लैके प्रैक्टिस करनी है तां भी तुसीं कर सकते हो। ये चैक करो बेटे में कैश इन हैंड आ गया आप फास्ट फास्ट रिवीजन कर लें टू बैलेंस ब्रोड डाउन पा दोगे बैंक ओवरड्राफ्ट आ गया बेटा चलो तुम मैं फास्ट फास्ट रिवीजन करवा देना बाय बैलेंस ब्रोड डाउन पा दोगे वेजिस पेड है बेटा बाय वेजिस पा के कैश विच पा दोगे कैश सेल है टू सेल पा के बेटा कैश विच पा दोगे सोन बेटा थोड़ा अपना किसी ने 13500 देना सीगा इन्ना तुसी पैसा दे रहे हो मतलब असीं उसनूं डिस्काउंट दे रहे हैं तो बेटा असीं एक तां पावांगे बाय अपना बाय परचेजिस पा के मतलब क्रेडिट साइड क्योंकि पेमेंट है बैंक विच इन्नी अमाउंट पा देंगे प्लस डिस्काउंट दी एंट्री पा देंगे बेटा
ठीक है जी। ਉਸ ਤੋਂ ਬਾਅਦ ਆ ਜਾਓ ਬੇਟਾ ਆਪਣਾ ਕੀ ਆ ਪਰਚੇਜ਼ ਫਰਨੀਚਰ, ਤੁਸੀਂ ਕੈਸ਼ ਫਰਨੀਚਰ ਪਰਚੇਜ਼ ਕਰ ਰਹੇ ਹੋ, ਫਰਨੀਚਰ ਅਕਾਊਂਟ ਡੈਬਿਟ ਟੂ ਆਪਣਾ ਕੈਸ਼, ਮਤਲਬ ਬੇਟਾ ਤੁਸੀਂ ਕੀ ਪਾਓਗੇ ਬਾਏ ਫਰਨੀਚਰ ਪਾ ਕੇ ਕ੍ਰੈਡਿਟ ਸਾਈਡ ਕਿੱਥੇ ਪਾ ਦੋਗੇ ਕੈਸ਼ ਵਿੱਚ ਪਾ ਦੋਗੇ। ਬੇਟਾ ਕੈਸ਼ ਪੇ ਕਰ ਰਹੇ ਹੋ ਰੋਹਿਤ ਨੂੰ, ਬਾਏ ਰੋਹਿਤ ਪਾ ਕੇ ਕੈਸ਼ ਵਿੱਚ ਪਾ ਦੋਗੇ। ਜਿਹੜਾ ਚੈੱਕ ਇਸ਼ੂ ਟੂ ਰਾਹੁਲ ਬੇਟਾ ਡਿਸਓਨਰਡ, ਕਿ ਜਿਹੜਾ ਰਾਹੁਲ ਨੂੰ ਚੈੱਕ ਇਸ਼ੂ ਕੀਤਾ ਸੀ ਉਹ ਡਿਸਓਨਰਡ ਹੋ ਗਿਆ। ਬੇਟਾ ਜਦੋਂ ਅਸੀਂ ਰਾਹੁਲ ਨੂੰ ਇਸ਼ੂ ਕੀਤਾ ਹੋਏਗਾ ਰਾਹੁਲ ਟੂ ਬੈਂਕ ਪਾਇਆ ਹੋਏਗਾ, ਜਦੋਂ ਡਿਸਓਨਰਡ ਹੋ ਗਿਆ ਅਸੀਂ ਕੀ ਪਾ ਦਾਂਗੇ ਬੈਂਕ ਟੂ ਰਾਹੁਲ, ਤਾਂ ਬੇਟਾ ਉਹ ਡੈਬਿਟ ਸਾਈਡ ਆ ਜਾਏਗਾ। ਉਸ ਤੋਂ ਬਾਅਦ ਆ ਜਾਓ ਬੇਟਾ ਕੈਸ਼ ਸੇਲ, ਕਿ ਕੈਸ਼ ਸੇਲ ਹੋ ਰਹੀ ਹੈ ਵਾਂਸ ਅਗੇਨ ਬਾਏ ਸੇਲ ਪਾ ਕੇ ਤੁਸੀਂ ਕ੍ਰੈਡਿਟ ਸਾਈਡ ਕੈਸ਼ ਵਿੱਚ ਪਾ ਦੋਗੇ। CGST SGST ਬੇਟਾ 4500 ਉੱਪਰ ਚਾਰਜ ਹੋਣਾ ਹੈ। ਬੈਂਕ ਚਾਰਜ ਜਿਹੜਾ ਬੈਂਕ ਚਾਰਜ ਕਰ ਰਿਹਾ ਥੋੜਾ ਬੈਂਕ ਦਾ ਬੈਲੈਂਸ ਘੱਟ ਰਿਹਾ ਵਾਂਸ ਅਗੇਨ ਕ੍ਰੈਡਿਟ ਸਾਈਡ ਬਾਏ ਬੈਂਕ ਚਾਰਜਿਸ ਪਾ ਕੇ ਬੈਂਕ 'ਚ ਪਾ ਦੋਗੇ। ਬੇਟਾ ਤੁਸੀਂ ਕੋਈ ਅਮਾਊਂਟ ਡਿਪੋਜ਼ਿਟ ਕਰਵਾ ਰਹੇ ਹੋ ਬੈਂਕ ਵਿੱਚ, ਕਾਊਂਟਰ ਐਂਟਰੀ ਬੇਟਾ ਬੈਂਕ ਟੂ ਕੈਸ਼, ਬੇਟਾ ਤੁਹਾਡੀ ਡੈਬਿਟ ਸਾਈਡ ਬੈਂਕ ਕੋਲਮ 'ਚ ਪਾਓਗੇ, ਕ੍ਰੈਡਿਟ ਸਾਈਡ ਕੈਸ਼ ਕੋਲਮ, ਕਿਉਂਕਿ ਬੈਂਕ ਕੋਲਮ ਦਾ ਅਮਾਊਂਟ ਵੱਧ ਰਿਹਾ ਬੇਟਾ ਕੈਸ਼ ਦੀ ਅਮਾਊਂਟ ਘਟ ਰਹੀ ਹੈ। ਬੇਟਾ ਟੈਲੀਫੋਨ ਬਿੱਲ ਤੁਸੀਂ ਪੇ ਕੀਤਾ ਚੈੱਕ ਰਾਹੀਂ, ਬਾਏ ਟੈਲੀਫੋਨ ਬਿੱਲ ਪਾ ਕੇ ਬੈਂਕ 'ਚ ਪਾ ਦੋਗੇ, ਉੱਪਰ CGST SGST ਚਾਰਜ ਕਰ ਦੋਗੇ ਬੇਟਾ, ਕਿਉਂਕਿ ਪੇਮੈਂਟ ਹੈ ਬਾਏ ਵਾਲੀ ਸਾਈਡ ਆਏਗਾ। ਉਸ ਤੋਂ ਬਾਅਦ ਬੇਟਾ ਸੋਲਡ ਗੁੱਡਸ ਕਰ ਰਹੇ ਹਾਂ, ਕਿ ਤੁਸੀਂ ਗੁੱਡ ਸੋਲਡ ਕਰ ਰਹੇ ਹੋ ਪਲੱਸ ਡਿਸਕਾਊਂਟ ਵੀ ਦੇ ਰਹੇ ਹੋ, ਡਿਸਕਾਊਂਟ ਦੀ ਜਨਰਲ ਐਂਟਰੀ ਪਾਏਗੀ, ਪਲੱਸ ਅਗਰ ਤੁਸੀਂ ਚੈੱਕ ਰਿਸੀਵ ਕਰ ਰਹੇ ਹੋ ਤਾਂ ਬੇਟਾ ਤੁਸੀਂ ਕੀ ਕਰੋਗੇ ਟੂ ਸੇਲ ਪਾ ਕੇ ਆਪਣਾ ਬੈਂਕ ਦੇ ਵਿੱਚ ਅਮਾਊਂਟ ਪਾ ਦੋਗੇ। ਉਸ ਤੋਂ ਬਾਅਦ ਬੇਟਾ ਰੈਂਟ ਪੇਡ ਹੈ ਵਾਂਸ ਅਗੇਨ ਬਾਏ ਰੈਂਟ ਪਾ ਕੇ ਕੈਸ਼ ਵਿੱਚ, ਕਿਉਂਕਿ ਪੇਮੈਂਟ ਹੈ ਪੇਮੈਂਟ ਕ੍ਰੈਡਿਟ ਸਾਈਡ ਆਉਂਦਾ ਹੈ। ਪਰਸਨਲ ਯੂਜ਼ ਲਈ ਬੇਟਾ ਕੈਸ਼ ਵਿਡਰੋ ਕਰ ਰਹੇ ਹੋ, ਡਰਾਇੰਗ ਅਕਾਊਂਟ ਡੈਬਿਟ ਟੂ ਬੈਂਕ, ਜਦ ਵੀ ਪਰਸਨਲ ਯੂਜ਼ ਹੈ ਬੇਟਾ ਡਰਾਇੰਗ ਵਰਡ ਯੂਜ਼ ਹੁੰਦਾ ਹੈ, ਬਾਏ ਤੁਸੀਂ ਪਾ ਕੇ ਬੇਟਾ ਡਰਾਇੰਗ ਬੈਂਕ ਵਿੱਚ ਪਾ ਦੋਗੇ। ਪੇਡ ਸੈਲਰੀ ਬੇਟਾ ਸੈਲਰੀ ਪੇ ਕਰ ਰਹੇ ਹੋ ਵਾਂਸ ਅਗੇਨ ਪੈਸਾ ਜਾ ਰਿਹਾ ਤਾਂ ਬੇਟਾ ਤੁਸੀਂ ਬਾਏ ਸੈਲਰੀ ਪਾ ਕੇ ਕੈਸ਼ ਵਿੱਚ ਪਾ ਦੋਗੇ। ਇੰਟਰਸਟ ਕਲੈਕਟਡ ਬਾਏ ਬੈਂਕ, ਬੇਟਾ ਤੁਹਾਡੇ ਬਿਹਾਫ 'ਤੇ ਬੈਂਕ ਨੇ ਇੰਟਰਸਟ ਕਲੈਕਟ ਕੀਤਾ ਹੈ ਤਾਂ ਬੇਟਾ ਤੁਹਾਡਾ ਅਕਾਊਂਟ ਬੈਲੈਂਸ ਵੱਧ ਰਿਹਾ ਹੈ, ਤੁਸੀਂ ਬੈਂਕ ਅਕਾਊਂਟ ਵਿੱਚ ਆਪਣਾ ਡੈਬਿਟ ਸਾਈਡ ਬੈਂਕ ਕੋਲਮ ਦੇ ਵਿੱਚ ਟੂ ਇੰਟਰਸਟ ਪਾ ਕੇ ਬੇਟਾ ਪਾ ਦੋਗੇ ਕਿ ਤੁਹਾਡਾ ਅਕਾਊਂਟ ਦਾ ਬੈਲੈਂਸ ਵੱਧ ਰਿਹਾ। ਬੇਟਾ ਇੱਕ ਸਿੰਪਲ ਜੀ ਗੱਲ ਕਿ ਅਗਰ ਤੁਹਾਡਾ ਕੈਸ਼ ਐਂਡ ਬੈਂਕ ਦਾ ਬੈਲੈਂਸ ਵੱਧ ਰਿਹਾ ਹੋਏਗਾ ਦੈਨ ਤੁਸੀਂ ਕਿੱਥੇ ਪਾਣਾ ਆਪਣਾ ਡੈਬਿਟ ਸਾਈਡ, ਅਗਰ ਕੈਸ਼ ਐਂਡ ਬੈਂਕ ਦਾ ਬੈਲੈਂਸ ਘੱਟ ਰਿਹਾ ਹੋਏਗਾ ਦੈਨ ਕ੍ਰੈਡਿਟ ਸਾਈਡ। ਅਗਰ ਹੋਰ ਕਨਸੈਪਟ ਵਾਈਜ਼ ਗੱਲ ਕਰੀਏ ਜਿਨ੍ਹਾਂ ਬੱਚਿਆਂ ਨੂੰ ਜਰਨਲ ਤੋਂ ਲੈਜਰ ਬਣਾਉਣਾ ਆਉਂਦਾ ਹੈ ਉਹ ਬੇਟਾ ਉਹ ਟ੍ਰਾਂਜੈਕਸ਼ਨ ਦਾ ਜਰਨਲ ਸੋਚੋ ਅਤੇ ਉਹਦੀ ਕੈਸ਼ ਐਂਡ ਬੈਂਕ ਲੈਜਰ ਵਿੱਚ ਪੋਸਟ ਕਰ ਦਿਓ। ਅਗਰ ਤੁਸੀਂ ਆਪਣਾ ਜਨਰਲ ਲੈਜਰ ਤੋਂ ਸਿੱਖਣਾ ਤਾਂ ਵੀ ਸਿੱਖ ਸਕਦੇ ਹੋ, ਬਿਨਾਂ ਜਨਰਲ ਲੈਜਰ ਤੋਂ ਤੁਹਾਨੂੰ ਕਿਹਾ ਰਿਸੀਪਟ ਸਾਰੀਆਂ ਉਰੇ ਰਿਕਾਰਡ ਹੋਣੀਆਂ ਪੇਮੈਂਟ ਉੱਤੇ, ਬਟ ਬਿਨਾਂ ਜਨਰਲ ਤੋਂ ਬੇਟਾ ਪੋਸੀਬਲ ਨਹੀਂ, ਕਿਉਂਕਿ ਤੁਸੀਂ ਵਰਕਿੰਗ ਨੋਟ ਦੀ ਡਿਸਕਾਊਂਟ ਅਲਾਉਡ ਦੀ ਰਿਸੀਵ ਦੀ ਚੈੱਕ ਇਨ ਹੈਂਡ ਦੀ ਸਭ ਦੀਆਂ ਜਨਰਲ ਐਂਟਰੀਆਂ ਪਾਸ ਕਰਨੀਆਂ ਆਪਣੀਆਂ ਉਸੇ ਡੇਟ ਨੂੰ ਬੇਟਾ। ਉਸ ਤੋਂ ਬਾਅਦ ਬੇਟਾ ਇਹ ਸਾਰਾ ਤੁਹਾਡਾ ਸੋਲੂਸ਼ਨ ਹੈ, ਤੁਸੀਂ ਸਕਰੀਨਸ਼ੋਟ ਵੀ ਲੈ ਕੇ ਆਪਣਾ ਚੈੱਕ ਕਰ ਸਕਦੇ ਹੋ, ਜਿਵੇਂ ਉੱਪਰ ਆਪਾਂ ਸਮ ਦੇਖਿਆ ਇਹ ਤੁਹਾਡਾ ਬੇਟਾ ਸਾਰਾ ਸੋਲੂਸ਼ਨ ਹੈ। ਠੀਕ ਹੈ ਜੀ, ਇਹ ਤੁਹਾਡੀਆਂ ਜਨਰਲ ਐਂਟਰੀ ਹੈ ਬੇਟਾ ਡਿਸਕਾਊਂਟ ਰਸੀਵ ਜਾਂ ਕੋਈ ਵੀ ਚੈੱਕ ਇਨ ਹੈਂਡ ਦੀਆਂ। ਚਲੋ ਬੇਟਾ ਨੈਕਸਟ ਆਪਾਂ ਵੀਡੀਓ ਵਿੱਚ ਬੇਟਾ ਨੈਕਸਟ ਲੈਕਚਰ ਵਿੱਚ ਆਪਾਂ ਪੈਟੀ ਕੈਸ਼ ਬੁੱਕ ਡਿਸਕਸ ਕਰਾਂਗੇ, ਦੈਨ ਉਸ ਤੋਂ ਨੈਕਸਟ ਲੈਕਚਰ ਵਿੱਚ ਬੇਟਾ ਆਪਾਂ ਅਦਰ ਸਬਸਿਡਰੀ ਬੁੱਕਸ ਡਿਸਕਸ ਕਰਾਂਗੇ। ਇਸ ਵਿੱਚ ਕੋਈ ਵੀ ਡਾਊਟ ਹੈ ਬੇਟਾ ਕਮੈਂਟ ਸੈਕਸ਼ਨ ਲਿਖੋ, ਟੈਲੀਗ੍ਰਾਮ ਗਰੁੱਪ ਦਾ ਆਪਣਾ ਲਿੰਕ ਗਿਵਨ ਹੈ ਡਿਸਕ੍ਰਿਪਸ਼ਨ ਵਿੱਚ, ਉੱਥੇ ਪੁੱਛ ਸਕਦੇ ਹੋ। ਠੀਕ ਹੈ ਬੇਟਾ, ਓਕੇ ਜੀ।